ਦੇ ਵਿੱਚ ਅਸੀਂ ਕਿਸੇ ਨਾ ਕਿਸੇ ਕਮਿਊਨਿਟੀ ਐਕਟਿਵਿਸਟ ਜਾਂ ਪੋਲੀਟੀਸ਼ੀਅਨਸ ਨੂੰ ਲੈ ਕੇ ਆਈਦਾ ਆ। ਅਤੇ ਹੁਣ ਤੁਹਾਨੂੰ ਪਤਾ ਹੈ ਕਿ BC ਦੇ ਵਿੱਚ ਇਲੈਕਸ਼ਨ ਦਾ ਮਾਹੌਲ ਹੈ। ਸੋ BC ਇਲੈਕਸ਼ਨ 2020, ਸੋ ਸਾਰੇ ਨੈਟਵਰਕ ਦਾ ਸਾਰਾ ਦਿਨ ਅੱਜ ਸਾਡਾ BC ਇਲੈਕਸ਼ਨ ਦੀ ਜਿਹੜੀਆਂ ਖਬਰਾਂ ਉਹਨੂੰ ਕਵਰ ਹੋਣ 'ਚ ਲੱਗਿਆ। ਪਹਿਲਾਂ ਅਸੀਂ ਸਟਾਰਟ ਆਫ ਦਾ ਡੇ ਕੀਤਾ ਸਰੀ ਤੋਂ, ਜਿੱਥੇ ਕਿ BC ਲਿਬਰਲ ਲੀਡਰ ਐਂਡਰੂ ਵਿਲਕਨਸਨ ਨੇ ਨਵੇਂ ਹੌਸਪੀਟਲ ਅਨਾਊਂਸ ਕੀਤਾ ਅਤੇ ਉਹਨਾਂ ਨਾਲ ਪਰਸਨਲ ਤੌਰ 'ਤੇ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਤੇ ਉਸ ਦੇ ਨਾਲ ਨਾਲ ਜਿੰਨੇ ਵੀ BC ਲਿਬਰਲ ਦੇ ਕੈਂਡੀਡੇਟ ਉੱਥੇ ਸ਼ਾਮਲ ਸੀ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ। ਉਸ ਤੋਂ ਬਾਅਦ ਅੱਜ 4:30 to 6:30 ਸਰੀ ਬੋਰਡ ਆਫ ਟਰੇਡ ਐਂਡ ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਦੀ ਸਦਕਾ ਜਿਹੜੀ ਡਿਬੇਟ ਸੀ ਉਹ ਵੀ ਅਸੀਂ ਉਹਨੂੰ ਲਾਈਵ ਕਵਰ ਕੀਤਾ। ਅਤੇ ਅੱਜ ਸਾਡੇ ਨਾਲ ਸ਼ਾਮਲ ਹਨ ਮੇਰੇ ਲਾਈਵ ਸ਼ੋਅ ਦੇ ਵਿੱਚ ਗੈਰੀ ਥਿੰਦ ਜਿਹੜੇ ਕਿ ਪਿਛਲੇ 6 ਸਾਲ ਤੋਂ ਸਕੂਲ ਟਰਸਟੀ ਹਨ। 2014 2018 'ਚ ਫਿਰ ਰੀ-ਇਲੈਕਟ ਹੋਏ with a very good mandate. He was placed second votings। ਅਤੇ ਇਸ ਤੋਂ ਤੁਸੀਂ ਇਹਨਾਂ ਨੂੰ ਦੇਖਿਆ ਹੋਣਾ ਵਿਸਾਖੀ ਦੇ ਮੇਲਿਆਂ ਦੇ ਵਿੱਚ, ਅਤੇ ਜਿਹੜੀ ਸੇਵਾ ਇਹਨਾਂ ਦੀ ਪਿੰਗਲਵਾੜੇ ਲਈ ਸੇਵਾ ਕਰਦੇ ਆ ਅਤੇ ਫੰਡ ਰੇਜ਼ਿੰਗ ਕਰਦੇ ਆ। ਅਤੇ ਉਸ ਤੋਂ ਇਲਾਵਾ ਜਿਹੜਾ ਕਮਿਊਨਿਟੀ ਦੀ ਸੇਵਾ ਕਰਨ ਦਾ ਇਹਨਾਂ ਦਾ ਜਿਹੜਾ ਸਦਕਾ ਹੈ, ਰੋਟਰੀ ਕਲੱਬ ਆਫ ਸਰੀ ਦੇ ਪਾਸਟ ਪ੍ਰੈਜ਼ੀਡੈਂਟ ਹੈ। ਸੋ ਵੈਲਕਮ ਗੈਰੀ CJ ਸਿੱਧੂ ਸ਼ੋਅ 'ਚ ਤੁਹਾਡੇ ਜੀ ਆਇਆਂ ਨੂੰ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਸਾਂਝਾ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ, ਨਮਸਤੇ ਜੀ। ਗੈਰੀ, ਆਪਾਂ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰੀਏ ਕੰਟਰੋਵਰਸੀ ਤੋਂ, ਅਤੇ ਫਿਰ ਆਪਾਂ ਇਸ਼ੂਜ਼ 'ਤੇ ਆਉਂਦੇ ਹਾਂ। ਥੋੜ੍ਹੀ ਜਿਹੀ ਕੰਟਰੋਵਰਸੀ ਹੋ ਗਈ ਸੀਗੀ, ਅਤੇ ਹਾਲਾਂਕਿ ਅਰਲੀ ਔਨ ਤੁਸੀਂ ਲਾਈਵ ਸਾਡੇ ਸ਼ੋਅ 'ਤੇ ਕਲੈਰੀਫਾਈ ਕਰਤਾ ਸੀਗਾ। ਅਤੇ ਜਿਹੜੇ ਸਾਡੇ ਸੁਣਨ ਵਾਲੇ ਆ ਜਿਨ੍ਹਾਂ ਨੇ ਉਸ ਟਾਈਮ 'ਤੇ ਨਾ ਸੁਣਿਆ ਹੋਵੇ, ਇੱਕ ਵਾਰੀ ਫੇਰ ਦੱਸੋ ਕਿ ਉਹ ਰਵੀ ਕਾਲੋਂ ਜਿਹੜੇ ਕਿ ਕੈਂਡੀਡੇਟ ਹੈ ਐਂਡ MLA ਸਰੀ ਡੈਲਟਾ ਨਾਰਥ ਤੋਂ, ਅਤੇ ਉਹਨਾਂ ਨੇ ਵੀ ਕਾਫੀ ਇਲਜ਼ਾਮ ਲਾਏ ਸੀਗੇ। ਫਿਰ ਉਹਦੀ ਇਨਕੁਆਇਰੀ ਵੀ ਹੋਈ। ਉਸ ਤੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਬਿਲਕੁਲ ਸਿੱਧੂ ਸਾਹਿਬ, ਜਿਵੇਂ ਮੈਂ ਪਹਿਲੇ ਦਿਨ ਤੋਂ ਹੀ ਇਹ ਕਹਿੰਦਾ ਆ ਰਿਹਾ ਹੈਗਾ ਵੀ ਸਾਡੇ ਕਿਸੇ ਵੀ ਵੋਲੰਟੀਅਰ ਦੀ ਜਾਂ ਸਾਡੀ ਜਿਹੜੀ ਇੱਦਾਂ ਦੀ ਕੋਈ ਵੀ ਮਨਸ਼ਾ ਨਹੀਂ ਸੀਗੀ ਵੀ ਅਸੀਂ ਕਿਸੇ ਦੀ ਪਰਸਨਲ ਇਨਫੋਰਮੇਸ਼ਨ ਆਪ ਜਿਹੜੀ ਉਹ ਇਕੱਠੀ ਕਰੀਏ ਅਤੇ ਉਹਨਾਂ ਲਈ ਮੇਲ ਇਨ ਬੈਲਟ ਆਰਡਰ ਕਰੀਏ। ਉਹ ਇੱਕ ਵੋਲੰਟੀਅਰ ਵੱਲੋਂ WhatsApp ਦੇ ਉੱਤੇ ਇੱਕ ਮੈਸੇਜ ਪਾਇਆ ਗਿਆ, ਜਿਹਨੂੰ ਕਿ ਤੋੜ ਮਰੋੜ ਕੇ ਇਹੋ ਜਿਹਾ ਵਿਰੋਧੀ ਧਰਨੇ ਪੇਸ਼ ਕੀਤਾ ਮੀਡੀਆ ਦੇ ਵਿੱਚ। ਉਹ ਮੀਡੀਆ ਨੇ ਵੀ ਇੰਨੀ ਜਲਦੀ ਫੈਸਲਾ ਕਰ ਲਿਆ ਵੀ ਨਹੀਂ ਜੀ ਇਹ ਸਾਰੇ ਗੁਨਾਹਗਾਰ ਹੀ ਹੈਗੇ ਆ, ਰਾਈਟ। ਔਰ ਅਸੀਂ ਜਦੋਂ ਮੈਨੂੰ ਉਸ ਬਾਰੇ ਪਤਾ ਲੱਗਿਆ, ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰਨੀ ਚਾਹੁੰਦਾ ਵੀ ਜਿੱਦਣ ਇਹ ਪੁਆਇੰਟ ਮੀਡੀਆ ਦੇ ਵਿੱਚ ਆਇਆ, ਇਹ ਮਾਰਨਿੰਗ ਦੇ ਵਿੱਚ ਆਇਆ, ਮੈਨੂੰ ਉਸ ਦਿਨ 3 ਵਜੇ ਜਾ ਕੇ ਦੁਪਹਿਰੇ ਉਦੋਂ ਪਤਾ ਲੱਗਿਆ ਵੀ ਕਿਹੜੇ ਗਰੁੱਪ ਵਿੱਚ ਇਹ ਮੈਸੇਜ ਪਿਆ ਅਤੇ ਕਿਹਨੇ ਪਾਇਆ ਹੈਗਾ। ਸੋ ਲੈਟ ਮੀ ਵੈਰੀ ਕਲੀਅਰ ਜੀ, ਇਹ ਜਿਹੜਾ ਸਾਨੂੰ ਪਹਿਲਾਂ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀਗੀ, ਹੈ ਨਾ। ਸੋ ਜਿਹੜਾ ਗਰੁੱਪ ਦਾ ਮੈਂ ਐਡਮਿਨ ਵੀ ਜਿਹੜਾ ਮੈਨੂੰ ਉਹਨੇ ਬਣਾਇਆ, ਉਹ ਵਲੰਟੀਅਰਸ ਨੇ ਬਣਾਇਆ, ਮੈਂ ਉਹ ਗਰੁੱਪ ਕ੍ਰੀਏਟ ਨਹੀਂ ਕੀਤਾ ਸੀਗਾ, ਐਂਡ ਇਟ ਵਾਜ਼ ਆਲ ਡਨ ਵਿਦਆਊਟ ਮਾਈ ਪਰਮਿਸ਼ਨ। ਮੇਰਾ ਇਹੀ ਸੀਗਾ ਵੀ ਜਿਹੜਾ ਤੁਸੀਂ ਜਦੋਂ ਕਿਸੇ ਤੇ ਕੋਈ ਇਲਜ਼ਾਮ ਲਾਣਾ, ਯੂ ਡੂ ਇਟ ਵੈਰੀ ਕੁਇਕਲੀ। ਜਿਵੇਂ ਮਿਸਟਰ ਰਵੀ ਕਾਲੋ ਨੇ ਪ੍ਰੈਸ ਕਾਨਫਰੰਸ ਅੱਧੀ ਰਾਈਟ ਵੇ ਕਿਹਾ ਜੀ ਓਕੇ ਗੈਰੀ ਉਹਦੀ ਟੀਮ ਸਾਰੇ ਇਲੈਕਸ਼ਨ ਫਰਾਡ ਕਰਦੇ ਆ। ਇਲੈਕਸ਼ਨ BC ਨੇ ਸਾਡੇ ਹੱਕ ਵਿੱਚ ਫੈਸਲਾ ਕੀਤਾ ਜਿਹਦਾ ਮੈਨੂੰ ਪੂਰਾ ਯਕੀਨ ਸੀਗਾ ਵੀ ਸਾਡੇ ਹੱਕ ਵਿੱਚ ਹੀ ਆਏਗਾ, ਕਿਉਂਕਿ ਅਸੀਂ ਦੇਖੋ ਜੇ ਤੁਸੀਂ ਕਿਸੇ ਦੀ ਪਰਸਨਲ ਇਨਫੋਰਮੇਸ਼ਨ ਲੈ ਵੀ ਲੈਂਦੇ ਹੋ, ਉਹਦੇ ਲਈ ਉਹਦਾ ਮੇਲ ਇਨ ਬੈਲਟ ਆਰਡਰ ਵੀ ਕਰ ਲੈਂਦੇ ਹੋ, ਕੀ ਤੁਸੀਂ ਉਹਦਾ ਮੇਲ ਇਨ ਬੈਲਟ ਆਪਣੇ ਕੈਂਪੇਨ ਐਡਰੈਸ ਤੇ ਜਾਂ ਆਪਣੇ ਪਤੇ ਤੇ ਮੰਗਾ ਸਕਦੇ ਹੋ? ਮੇਲ ਇਨ ਬੈਲਟ ਤਾਂ ਫਿਰ ਬੰਦੇ ਦੇ ਆਪਦੇ ਘਰ ਵਿੱਚ ਹੀ ਜਾਣਾ, ਫਿਰ ਸਾਨੂੰ ਉਹਦਾ ਕੀ ਫਾਇਦਾ ਹੋਣਾ ਜਦੋਂ ਪਾਵਰ ਤਾਂ ਫਿਰ ਤੁਹਾਡੇ ਕੋਲ ਹੀ ਚਲੇਗੀ। ਸੋ ਇਟ ਵਾਜ਼ ਆਲ ਫਾਲਸ ਐਕੂਜ਼ੇਸ਼ਨ। ਜਿਹੜੀ ਇਲੈਕਸ਼ਨ BC ਆ ਉਹਨਾਂ ਦੇ ਫੈਸਲੇ ਦਾ ਬਹੁਤ ਕੁਇਕ ਔਰ ਥੋਰੋ ਫੈਸਲਾ ਉਹਨਾਂ ਨੇ ਕੀਤਾ ਇਹਦੀ ਇਨਵੈਸਟੀਗੇਸ਼ਨ ਦਾ, ਔਰ ਮੈਂ ਉਹਦੀ ਪ੍ਰਸ਼ੰਸਾ ਕਰਦਾ ਵੀ ਉਹਨਾਂ ਨੇ ਬੜੀ ਕੁਇਕਲੀ ਇਹਦੇ ਤੇ ਐਕਸ਼ਨ ਕੀਤਾ। ਪਰ ਫਿਰ ਵੀ ਸਾਡੀ ਜਿਹੜੀ ਕੈਂਪੇਨ ਦੇ ਉਹ 3-4 ਦਿਨ ਜਿਹੜੇ ਖਰਾਬ ਹੋ ਗਏ। ਉਹ ਜਿਹੜੇ ਆਪਣੇ ਵਲੰਟੀਅਰਸ ਆ ਉਹਨਾਂ ਦਾ ਡੀਮੋਰਲਾਈਜ਼ ਹੋ ਜਾਂਦੇ ਆ। ਮੇਰਾ ਐਜ਼ ਅ ਫੈਮਿਲੀ ਮੈਨੂੰ ਬੜਾ ਉਹਦੇ ਤੇ ਇਫੈਕਟ ਪਿਆ ਬੱਚਿਆਂ ਦੇ ਉੱਤੇ, ਰਾਈਟ। ਆਫ ਕੋਰਸ ਮੇਰਾ ਇਹੀ ਜਿਹੜਾ ਕਹਿਣਾ ਸਾਰੇ ਜਿੰਨੇ ਵੀ ਬੰਦੇ ਇਸ ਟਾਈਮ ਇਲੈਕਸ਼ਨ ਮੈਦਾਨ ਦੇ ਤੁਸੀਂ ਚੋਣ ਮੈਦਾਨ ਵਿੱਚ ਹੈਗੇ ਹੋ ਵੀ ਜਿਹੜੀ ਕਲੀਨ ਪੋਲੀਟਿਕਸ ਜਿਹੜੀ ਉਹ ਹੋਣੀ ਚਾਹੀਦੀ ਆ, ਕਿਉਂਕਿ ਪੋਲੀਟਿਕਸ ਵੀ ਜਿਹੜਾ ਇੱਕ ਬਹੁਤ ਹੀ ਨੋਬਲ ਤੇ ਕਲੀਨ ਪ੍ਰੋਫੈਸ਼ਨ ਹੋ ਸਕਦਾ ਜੇ ਆਪਾਂ ਨੂੰ ਉਸ ਤਰੀਕੇ ਨਾਲ ਰੱਖੀਏ। ਜਿਹੜੀ ਮੁੱਦਿਆਂ ਦੀ ਪੋਲੀਟਿਕਸ ਹੋਣੀ ਚਾਹੀਦੀ, ਇਸ਼ੂ ਬੇਸਡ ਪੋਲੀਟਿਕਸ ਹੋਣੀ ਚਾਹੀਦੀ ਮੇਰੇ ਹਿਸਾਬ। ਸੋ ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ। ਮੈਂ ਉਸੇ ਪੁਆਇੰਟ ਤੇ ਆ ਰਿਹਾ ਸੀ ਕਿ ਇੱਕ ਦੂਜੇ ਦੇ ਕਿਚੜ ਛਾਉਣ ਦੀ ਬਜਾਏ ਤੇ ਜਿਹੜੇ ਜੇ ਤੱਥ ਮਗਰ ਨਾ ਹੋਣ, ਐਵੀਡੈਂਸ
ਐਵੀਡੈਂਸ ਬੇਸਡ ਜੇ ਕੋਈ ਕਿਸੇ ਨੇ ਗਲਤ ਗੱਲ ਕੀਤੀ ਉਹਨੂੰ ਤੁਸੀਂ ਬ੍ਰਿੰਗ ਅਪ ਕਰੋ, ਇਜ਼ ਅ ਡਿਫਰੈਂਟ ਸਟੋਰੀ। ਪਰ ਝੂਠਾ ਇਲਜ਼ਾਮ ਲਾ ਕੇ ਤੇ ਇਹ ਕਿਚੜ ਇੱਕ ਦੂਜੇ ਤੇ ਉਛਾਲਣਾ, ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ। ਐਂਡ ਆਈ ਐਮ ਗਲੈਡ ਯੂ ਆਰ ਕਲੀਅਰਡ ਐਂਡ ਯੂਰ ਨੇਮ ਇਜ਼ ਕਲੀਅਰਡ। ਆਈ ਕੈਨ ਅੰਡਰਸਟੈਂਡ ਦ ਵੇ ਯੂ ਸੈਡ। ਬੜਾ ਔਖਾ ਆ ਤੁਹਾਡੇ ਲਈ, ਬੜਾ ਔਖਾ ਸੀ, ਪਰਿਵਾਰ ਲਈ ਬੜਾ ਔਖਾ ਸੀਗਾ, ਪਰ ਆਈ ਐਮ ਗਲੈਡ ਦੈਟ ਯੂ ਕੇਮ ਆਊਟ ਵੈਰੀ ਕਲੀਨ। ਹਾਂਜੀ, ਸੋ ਹੁਣ ਆਪਾਂ ਮੁੱਦਿਆਂ ਤੇ ਆਉਂਦੇ। ਸੋ ਮੁੱਦਿਆਂ ਤੋਂ ਗੱਲ ਸ਼ੁਰੂ ਹੁੰਦੀ ਹੈ ਗੈਰੀ। ਅੱਜ ਜਿਵੇਂ ਲੀਡਰ, ਤੁਹਾਡੇ ਲੀਡਰ BC ਲੀਡਰ ਐਂਡਰੂ ਵਿਲਕਨਸਨ ਵਰਾ ਨੇ ਸਰੀ ਹਸਪੀਟਲ ਕਲੋਵਰਡੇਲ 'ਚ ਬਣਾਉਣ ਦੀ ਉਹਨਾਂ ਨੇ ਐਲਾਨ ਕੀਤਾ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਵੀ ਉਹ ਹਸਪੀਟਲ ਕਿੱਥੇ ਬਣਨਾ ਆ, ਕਦੋਂ ਬਣਨਾ ਆ, ਤੇ ਫਿਰ ਆਪਾਂ ਗੱਲ ਕਰਾਂਗੇ ਵੀ NDP ਨੇ ਜਿਹੜੇ ਵਾਅਦੇ ਕੀਤੇ ਸੀ ਉਹ ਕਿਵੇਂ ਤੁਹਾਡੇ ਵਾਅਦਿਆਂ ਨਾਲੋਂ ਡਿਫਰੈਂਟ ਹੈ। ਦੇਖੋ, ਜਿਹੜੀ ਅੱਜ ਅਨਾਊਂਸਮੈਂਟ ਸਾਡੇ ਲੀਡਰ ਮਾਨਯੋਗ ਐਂਡਰੂ ਵਿਲਕਨਸਨ ਹੋਰਾਂ ਨੇ ਕੀਤੀ ਆ, ਇੱਕ ਬਹੁਤ ਹੀ ਜ਼ਰੂਰੀ ਅਨਾਊਂਸਮੈਂਟ ਸੀਗੀ, ਖਾਸ ਕਰਕੇ ਜੇ ਆਪਾਂ ਸਰੀ ਦੇ ਵਸਨੀਕਾਂ ਦੀ ਗੱਲ ਕਰੀਏ। ਸਰੀ ਦੇ ਵਿੱਚ ਜਿਹੜਾ ਇੱਕ ਦੂਜਾ ਹਸਪੀਟਲ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਚਾਹੀਦਾ, ਲੰਮੇ ਸਮੇਂ ਤੋਂ ਚਾਹੀਦਾ ਸੀਗਾ, ਕਿਉਂਕਿ ਜਿਸ ਹਿਸਾਬ ਨਾਲ ਆਪਣੀ ਇੱਥੇ ਪਾਪੂਲੇਸ਼ਨ ਜਿਹੜੀ ਵੱਧ ਰਹੀ ਹੈਗੀ ਆ ਸਰੀ ਦੇ ਵਿੱਚ, ਇਹ ਹਸਪੀਟਲ ਦੀ ਆਪਾਂ ਨੂੰ ਬਹੁਤ ਲੋੜ ਸੀਗੀ। $300 ਮਿਲੀਅਨ ਦੀ ਜਿਹੜੀ ਇਹ ਇਨਵੈਸਟਮੈਂਟ ਦਾ ਸਾਡਾ ਇਹ ਵਾਅਦਾ ਹੈਗਾ ਕਿ ਜਿਹੜੀ ਸਰੀ ਦੇ ਵਿੱਚ ਸੈਕਿੰਡ ਹਸਪੀਟਲ ਜਿਹੜਾ ਕਲੋਵਰਡੇਲ ਦੇ ਵਿੱਚ BC ਲਿਬਰਲ ਸਰਕਾਰ ਬਣਾਏਗੀ, ਰਾਈਟ ਵੇ, ਜਿੱਦਾਂ ਹੀ ਅਸੀਂ ਮੈਜੋਰਟੀ ਗਵਰਨਮੈਂਟ ਜਿਹੜੀ ਫਾਰਮ ਕਰਕੇ ਜੇ ਆਨੇ ਹੈਗੇ ਆ ਆਪਣੇ ਪਾਵਰ ਦੇ ਵਿੱਚ। ਜਿਹੜੀ NDP ਸਰਕਾਰ ਹੈਗੀ ਆ, ਉਹਨਾਂ ਨੇ ਜਿਹੜਾ ਵਾਅਦਾ ਕੀਤਾ 2017 ਦੇ ਵਿੱਚ ਵੀ ਅਸੀਂ ਸਰੀ ਦੇ ਵਿੱਚ ਦੂਸਰਾ ਸੈਕਿੰਡ ਹਸਪੀਟਲ ਬਣਾਵਾਂਗੇ। ਮੈਨੂੰ ਕਹਿੰਦੇ ਆ ਬੜਾ ਅਫਸੋਸ ਹੋ ਰਿਹਾ ਵੀ 3.5 ਸਾਲ ਹੋ ਗਏ ਇਸ ਗਵਰਨਮੈਂਟ ਨੂੰ ਪਾਵਰ ਦੇ ਵਿੱਚ ਆਏ ਨੂੰ, ਹਾਲੇ ਤੱਕ ਉੱਥੇ ਜ਼ਮੀਨ ਨਹੀਂ ਖਰੀਦੀ ਗਈ। ਜ਼ਮੀਨ ਹਲੇ ਵੀ ਜਿੱਥੇ ਨਕਸ਼ਾ ਬਣਾ ਕੇ ਦਿਖਾ ਰਹੇ ਆ ਵੀ ਇੱਥੇ ਸਰੀ ਹਸਪੀਟਲ ਬਣੂਗਾ ਦੂਜਾ, KPU ਦੇ ਨਾਮ ਹੈਗੀ ਆ, ਕੋਈ ਉਹਦਾ ਬਿਜ਼ਨਸ ਪਲਾਨ ਨਹੀਂ ਹੈਗਾ, ਕਿਤੇ ਉਹਦੇ ਲਈ ਕੋਈ ਫੰਡਿੰਗ ਨਹੀਂ ਰਾਖਵੀ ਰੱਖੀ ਗਈ। ਇਹਨਾਂ ਦੇ ਜਿਹੜਾ ਆਪਣੇ ਫਰਵਰੀ ਦੇ ਵਿੱਚ ਜੋ ਵੀ ਇਹਨਾਂ ਨੇ ਬਜਟ ਅਨਾਉਂਸ ਕੀਤਾ, ਕਿਤੇ ਬਜਟ ਦੇ ਵਿੱਚ ਫੰਡਿੰਗ ਨਹੀਂ ਹੈਗੀ, ਔਰ ਨਾ ਹੀ ਜਿਹੜਾ ਇਹਨਾਂ ਦਾ ਇਲੈਕਸ਼ਨ ਪਲੇਟਫਾਰਮ ਹੈਗਾ ਉਹਦੇ ਵਿੱਚ ਵੀ ਕੋਈ ਫੰਡਿੰਗ ਦੀ ਗੱਲ ਹੋ ਰਹੀ ਹੈ, ਹੈ ਨਾ ਜੀ। ਸੋ ਮੇਰੇ ਹਿਸਾਬ ਨਾਲ 3.5 ਸਾਲਾਂ ਦੇ ਵਿੱਚ ਹਸਪੀਟਲ ਜਿਹੜਾ ਨਾ ਕੇਵਲ ਸਿਰਫ ਬਣਨ ਦੀ ਗੱਲ, ਉਹ ਹਸਪੀਟਲ ਕਾਫੀ ਹੱਦ ਤੱਕ ਉਹਦੀ ਜਿਹੜੀ ਆਪਣੀ ਕੰਸਟਰਕਸ਼ਨ ਵੀ ਉਹ ਪਹੁੰਚ ਜਾਣੀ ਚਾਹੀਦੀ ਸੀਗੀ ਜੀ। BC ਲਿਬਰਲ ਗਵਰਨਮੈਂਟ ਜਿੱਦਾਂ ਹੀ ਪਾਵਰ ਦੇ ਵਿੱਚ ਅਸੀਂ ਆਉਂਦੇ ਹੈਗੇ ਆ, ਅਸੀਂ ਜਿਹੜਾ ਉਹ ਸੈਕਿੰਡ ਹਸਪੀਟਲ ਕਲੋਵਰਡੇਲ ਦੇ ਵਿੱਚ ਜਿਹੜਾ ਉਹ ਰਾਈਟ ਵੇ ਉਹਦੀ ਕੰਸਟਰਕਸ਼ਨ ਜਿਹੜੀ ਸਟਾਰਟ ਕਰਾਂਗੇ ਜੀ। ਸੋ ਦੈਟਸ ਗੁੱਡ ਟੂ ਨੋ, ਕਿਉਂਕਿ ਕਾਫੀ ਕੰਟਰੋਵਰਸੀ ਉਸ ਦੇ ਬਾਰੇ ਹੋਈ। ਅੱਜ ਥੋੜੀ ਡਿਬੇਟ ਜਿਹੜੀ ਸਰੀ ਬੋਰਡ ਆਫ ਟ੍ਰੇਡ ਨਾਲ ਹੋਈ, ਉਹਦੇ 'ਚ ਵੀ ਇਹ ਗੱਲ ਉੱਭਰ ਕੇ ਆਈ। ਉਹਨਾਂ ਨੇ ਕਿਹਾ ਕਿ ਮਤਲਬ ਇਹ ਅਨਾਊਂਸਮੈਂਟ ਨਹੀਂ, ਸਾਡੇ ਕੋਲ ਗੌਰਮੈਂਟ ਦੀ ਜਗ੍ਹਾ ਪਈ ਹੈ, ਪਰ ਇਸ ਮਚ ਨੀਡਡ ਸਰੀ ਨੂੰ ਲੋੜ ਆ। ਜਿਹੜਾ ਸਰੀ ਮੈਮੋਰੀਅਲ ਹਸਪੀਟਲ ਹੈ ਸੋ ਬਿਜ਼ੀ, ਐਂਡ so that's a good news, and I hope when your government get in power and they will start that project. ਦੂਜਾ ਜਿਹੜਾ ਅਹਿਮ ਮੁੱਦਾ, ਸਰੀ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ, ਫਿਰ ਤੁਹਾਡੇ ਰਾਈਡਿੰਗ ਤੇ ਆਪਾਂ ਆਵਾਂਗੇ। ਸੋ ਸਕਾਈ ਟ੍ਰੇਨ, ਬਿਲਕੁਲ ਸਕਾਈ ਟ੍ਰੇਨ, ਇਹਨਾਂ ਨੇ ਪ੍ਰਾਈਮ ਮਿਨਿਸਟਰ ਵੀ ਇੱਥੇ ਆਏ ਸੀ, ਮੈਂ ਉੱਥੇ ਅਨਾਊਂਸਮੈਂਟ 'ਚ ਸ਼ਾਮਲ ਸੀਗਾ। ਇਹਨਾਂ ਨੇ ਕਿਹਾ ਕਿ ਸਕਾਈ ਟ੍ਰੇਨ ਬਣੂਗੀ। ਪਹਿਲਾਂ ਇਹ ਜਾਣੀ ਸੀ ਆਈ ਥਿੰਕ ਅਪ ਟੂ 166 ਸਟਰੀਟ। ਅੱਜ ਮਿਸਟਰ ਹੋਰਗਨ ਨੇ ਅਨਾਊਂਸ ਕੀਤਾ ਕਿ ਇਟ ਵਿਲ ਗੋ ਟੂ ਲੈਂਗਲੀ। ਅੱਜ ਮੇਰੀ ਤੁਹਾਡੇ ਲੀਡਰ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਵੀ ਸਾਡਾ ਵੀ ਇਹੀ ਪਲਾਨ ਹੈ। ਸੋ ਦੱਸੋ ਵੀ ਜਿਹੜੀ ਸਰੀ ਸਕਾਈ ਟ੍ਰੇਨ ਦਾ ਜਿਹੜਾ ਹੈਗਾ ਆ, ਉਹ ਤੁਹਾਡਾ ਪਾਰਟੀ ਦਾ ਕੀ ਪਲਾਨ ਹੈ? ਦੇਖੋ, ਮੇਰਾ ਜਿਹੜਾ ਪਰਸਨਲ ਪਲੇਟਫਾਰਮ ਉਹ ਇਹੀ ਹੈਗਾ, ਔਰ ਇਲੈਕਸ਼ਨ ਇਹ ਜਿਹੜੇ ਰਨ ਕਰਨ ਦਾ, ਵੀ ਨੀਡ ਟੂ ਥਿੰਕ ਆਊਟਸਾਈਡ ਦੀ ਬਾਕਸ, ਹੈ ਨਾ। ਜਿਹੜੀ ਉਹ ਵਨ ਸਾਈਜ਼ ਫਿਟ ਆਲ ਕਾਈਂਡ ਆਫ ਥਿੰਕਿੰਗ ਜਿਹੜੀ ਹੈ ਨਾ, ਦੈਟ ਨੀਡਸ ਟੂ ਬੀ ਚੇਂਜਡ, ਹੈ ਨਾ। ਮੇਰਾ ਹੁਣ ਜਿਹੜਾ ਇੱਥੇ ਰਨ ਕਰਨ ਦਾ ਵੀ ਮਕਸਦ ਇਹੀ ਹੈ ਵੀ ਆਮ ਵਿਲਿੰਗ ਟੂ ਬ੍ਰਿੰਗ ਫਰੈਸ਼ ਆਈਡੀਆਜ਼ ਔਨ ਦਾ ਟੇਬਲ। ਫਰੈਸ਼ ਆਈਡੀਆਜ਼ ਕੀ ਹੈਗੇ ਆ ਜੀ? ਜਿਹੜਾ ਆਪਣੇ ਕੋਲੇ ਆਲਰੇਡੀ ਇਨਫਰਾਸਟ੍ਰਕਚਰ ਇਨ ਪਲੇਸ ਹੈਗਾ, ਅਸੀਂ ਪਹਿਲਾਂ ਉਹਨੂੰ ਕਿਉਂ ਨਹੀਂ ਇਨਹੈਂਸ ਕਰਦੇ? ਜਿਹੜੀ ਸਾਡੇ ਕੋਲੇ ਟਰਾਂਸਪੋਰਟੇਸ਼ਨ, ਪਬਲਿਕ ਟਰਾਂਸਪੋਰਟੇਸ਼ਨ ਬੱਸਾਂ ਦੇ ਰੂਪ ਦੇ ਵਿੱਚ ਹੈਗੀ ਆ, ਜਿਹੜੀ ਉਹ ਬਹੁਤ ਹੀ ਈਜ਼ੀ ਫਿਕਸ ਹੈਗਾ, ਜਿਹੜਾ ਕਿ ਆਪਣਾ ਸੜਕਾਂ ਦੇ ਉੱਤੇ ਟ੍ਰੈਫਿਕ ਘਟਾਉਣ ਨੂੰ। ਸੋ ਵਾਈ ਡੋਂਟ ਵੀ ਐਡ ਬੱਸਿਸ ਟੂ ਸਟਾਰਟ ਵਿਦ, ਹੈ ਨਾ, ਜਿਹੜੀ ਕਿ ਕੁਛ $1 ਮਿਲੀਅਨ ਦੀ ਇਨਵੈਸਟਮੈਂਟ ਦੇ ਨਾਲ ਹੀ ਆਪਾਂ ਉਹ ਜਿਹੜੀ ਸਮੱਸਿਆ ਹੈਗੀ ਆ ਟ੍ਰੈਫਿਕ ਦੀ, ਉਹਨੂੰ ਕੰਟਰੋਲ ਕਰ ਸਕਦੇ ਕਾਫੀ ਹੱਦ ਤੱਕ। ਬੱਸਾਂ ਚਲਾਈਆਂ ਜਾਣ ਪਹਿਲਾਂ ਤਾਂ ਰਾਈਟ ਵੇ, couple $1 ਮਿਲੀਅਨ ਦੀ ਇਨਵੈਸਟਮੈਂਟ। ਕਿਉਂਕਿ ਪਲੱਸ ਗੈਰੀ ਆਪਣੇ ਤੁਹਾਨੂੰ ਟੋਕਦਾ ਆ, ਕਿਉਂਕਿ ਸਕਾਈ ਟ੍ਰੇਨ ਦਾ ਤਾਂ ਜਦੋਂ ਪਲਾਨ ਡਿਜ਼ਾਈਨ ਹੋਣਾ ਆ, ਹਾਂਜੀ, ਤੇ ਫਿਰ ਉਹਦੀ ਜਿਹੜੀ ਸਟੱਡੀ ਹੋਣੀ ਹੈ, ਬਿਲਕੁਲ ਜੀ, ਫਿਰ it might be few years, it will be couple years, absolutely, and we are talking billions of dollars in the investment, in infrastructure investment, ਹੈ ਨਾ। ਔਰ ਇਹ ਸਕਾਈ ਟ੍ਰੇਨ ਨੂੰ ਵੀ ਪਤਾ ਹੈਗਾ, ਟਰਾਂਸਲਿੰਕ ਨੂੰ ਵੀ ਪਤਾ ਹੈਗਾ ਵੀ ਜੇ ਆਪਾਂ ਸਕਾਈ ਟ੍ਰੇਨ ਜਿਹੜੀ ਇੱਥੋਂ
ਪਹਿਲੇ ਫੇਸ ਦੇ ਉੱਤੇ ਫਲੀਟਵੁੱਡ ਵਾਲੇ ਫੇਸ ਤੇ ਜਾਂਦੇ ਆ, ਉਹ ਸਸਟੇਨ ਨਹੀਂ ਕਰੇਗੀ, ਮਿਲੀਅਨਸ ਆਫ ਡਾਲਰਸ ਉਹਦੇ ਵਿੱਚੋਂ ਘਾਟਾ ਪੈਣਾ ਹੈਗਾ ਆਪਾਂ ਨੂੰ, ਰਾਈਟ? ਐਬਸੋਲੂਟਲੀ ਅੰਡਰਸਟੈਂਡ ਕਰਦੇ ਆ, ਉਹਨੂੰ ਟਾਈਮ ਜੇ ਲੱਗਣਾ ਹੈਗਾ ਤਾਂ ਵਾਈ ਡੋਂਟ ਇਨਵੈਸਟ ਇਨ ਦਾ ਕਰੰਟ ਪ੍ਰੋਗਰਾਮ ਦੈਟ ਵੀ ਹੈਵ, ਜਿੱਥੇ ਕਿ ਅਸੀਂ ਜਿਹੜੀ ਆਪਣੀ ਆਲਰੇਡੀ ਜਿਹੜੀ ਆਪਣੇ ਕੋਲੇ ਟਰਾਂਸਪੋਰਟੇਸ਼ਨ ਚੱਲ ਰਹੀ ਹੈ ਉਹਦੇ ਥੋੜੇ ਜਿਹੇ $1 ਮਿਲੀਅਨ ਐਡ ਕਰਕੇ ਹੋਰ ਬੱਸਾਂ ਐਡ ਕਰੋ, ਤਾਂ ਕਿ ਆਪਣੀ ਜਿਹੜੀ ਕੰਜੈਸ਼ਨ ਆ ਸੜਕਾਂ ਤੋਂ ਜੀ ਘਟਾਈ ਜਾ ਸਕੇ ਥੋੜੀ ਜੀ। ਸੋ ਜਿਹੜੀ ਲਿਬਰਲ ਪਾਰਟੀ ਦੀ ਕਮਿਟਮੈਂਟ ਇਹ ਹੈਗੀ ਆ, $8 ਬਿਲੀਅਨ ਦੀ ਜਿਹੜੀ ਉਹਨਾਂ ਨੇ ਅਨਾਉਂਸਮੈਂਟ ਸਾਡੇ ਲੀਡਰ ਨੇ ਕੀਤੀ ਹੈ ਜੀ ਪਰਸੋਂ। $8 ਬਿਲੀਅਨ ਦੇ ਵਿੱਚ ਜਿਹੜੀ ਹਿਊਜ ਇਨਵੈਸਟਮੈਂਟ ਜਿਹੜੀ ਹੋਣੀ ਆ, ਉਹ 10 ਲੇਨ ਬ੍ਰਿਜ ਜਿਹੜਾ ਮੈਸੀ ਟਨਲ ਨੂੰ ਜਿਹਨੇ ਰਿਪਲੇਸ ਕਰਨਾ, ਉਹ ਪਹਿਲਾਂ ਵੀ ਹੋ ਸਕਦਾ ਸੀਗਾ ਜੇ NDP ਆ ਕੇ ਉਹ ਸਾਡੇ ਫੈਸਲੇ ਨੂੰ ਉਹਦੇ ਤੇ ਕਾਟਾ ਨਾ ਮਾਰਦੀ ਤੇ ਉਹਨੂੰ ਦੁਬਾਰਾ ਆਪਣੇ ਟਨਲ ਦੇ ਵਿੱਚ ਨਾ ਕਨਵਰਟ ਕਰਦੇ। ਸੋ ਸਾਨੂੰ ਇੰਨਾ ਬੈਨੀਫਿਟ ਹੈਗਾ ਵੀ ਜਿਹੜੇ ਮਿਲੀਅਨਸ ਆਫ ਡਾਲਰ ਪਹਿਲਾਂ ਇੰਜੀਨੀਅਰਿੰਗ ਸਟੱਡੀਜ਼ ਦੇ ਉੱਤੇ ਖਰਚ ਹੋਏ ਆ, ਉਹ ਜਿਹੜੀ ਸਟੱਡੀ ਦੁਬਾਰਾ ਅਸੀਂ ਯੂਜ਼ ਕਰਕੇ ਤੇ ਉਹਨੂੰ ਉੱਥੋਂ ਕੰਮ ਨੂੰ ਸਟਾਰਟ ਕਰਕੇ ਜਿਹੜਾ ਬ੍ਰਿਜ ਹੈ ਉਹਦੀ ਕੰਸਟਰਕਸ਼ਨ ਜਿਹੜੀ ਰਾਈਟ ਵੇ ਅਸੀਂ ਕਰਨੀ ਹੈਗੀ। ਫਿਰ ਅਸੀਂ ਉਹਦੇ ਵਿੱਚੋਂ ਬਿਲੀਅਨਸ ਆਫ ਡਾਲਰਸ ਇਨਵੈਸਟ ਕਰਨੇ ਆ ਸਕੂਲਿੰਗਸ ਦੇ ਉੱਤੇ, ਜਿਹੜੇ ਹੋਰ ਸਕੂਲ ਬਣਾਉਣੇ ਆ ਪੋਰਟੇਬਲ ਸਾਰੇ ਦੇ ਵਿੱਚੋਂ ਖਤਮ ਕਰਨੇ। ਉਹ ਮੇਰੇ ਬਹੁਤ ਕਲੋਜ਼ ਹੈਗਾ ਵਿਸ਼ਾ, ਉਹਦੇ ਤੇ ਆਪਾਂ ਹੋਰ ਡਿਟੇਲ 'ਚ ਅੱਗੇ ਗੱਲ ਕਰਦੇ ਹਾਂ। ਫਿਰ ਜਿਹੜਾ ਆਪਣੇ ਹਸਪੀਟਲਸ ਬਣਾਉਣਾ, ਉਹਦੇ ਵਿੱਚੋਂ ਆਪਾਂ $300 ਮਿਲੀਅਨ ਦਾ ਸੈਕਿੰਡ ਹਸਪੀਟਲ ਸਰੀ ਦੇ ਵਿੱਚ ਜਾਂ ਹੋਰ ਕਿਤੇ ਵੀ ਆਪਾਂ ਨੂੰ ਲੋੜ ਹੈ। ਜਿਹੜੀ BC ਗਵਰਨਮੈਂਟ ਹੈ ਨੇ 14 ਹਸਪੀਟਲ ਜਿਹੜੇ ਆਪਦੀ ਟੈਨਰ ਦੇ ਅੰਡਰ ਬਣਾਏ ਆ। ਜਿਹੜੀ NDP ਗਵਰਨਮੈਂਟ ਆ ਉਹਨੇ ਇੱਕ ਵੀ ਹਸਪੀਟਲ ਆਪਣੇ ਟੈਨਰ ਵਿੱਚ ਨਹੀਂ ਬਣਾਇਆ। ਪਿਛਲੇ ਟੈਨਰ ਦੇ ਵਿੱਚ ਇਹਨਾਂ ਨੇ ਐਬਸਫੋਰਡ ਦੇ ਵਿੱਚ ਪ੍ਰੋਮਿਸ ਕੀਤਾ ਸੀ ਹਸਪੀਟਲ ਬਣਾਉਣ ਨੂੰ, ਉਹਦੀ 10 ਵਾਰੀ ਅਨਾਉਂਸਮੈਂਟ ਹੋਈ ਪਰ ਉਹ ਹਸਪੀਟਲ ਨਹੀਂ ਬਣਿਆ। ਉਹ ਆ ਕੇ ਫਿਰ BC ਲਿਬਰਲ ਸਰਕਾਰ ਨੇ ਬਣਾਇਆ ਹੈਗਾ। ਸੋ NDP ਸਿਰਫ ਵਾਅਦੇ ਕਰਨਾ ਜਾਣਦੀ ਆ, ਪਰ ਉਹਨੂੰ ਜਿਹੜਾ ਫੁੱਲਫਿਲ ਕਰਨਾ ਉਹ ਇਹ ਭੁੱਲ ਜਾਂਦੇ ਆ। ਪਰ ਇੱਕ ਮੈਂ ਗੱਲ ਕਹਿਣਾ ਚਾਹੁੰਦਾ, ਜਿਹੜੀ ਹੁਣ ਇਸ ਟਾਈਮ ਇਹ ਸਨੈਪ ਇਲੈਕਸ਼ਨ NDP ਨੇ ਕਾਲ ਕੀਤੀ ਆ, ਇਹ ਬਹੁਤ ਹੀ ਜ਼ਿਆਦਾ ਜਿਹੜਾ ਇਹਨਾਂ ਦਾ ਗਲਤ ਫੈਸਲਾ ਸੀਗਾ। ਇਹ ਸਨੈਪ ਇਲੈਕਸ਼ਨ ਦੀ ਆਪਾਂ ਨੂੰ ਲੋੜ ਨਹੀਂ ਸੀ। ਜਦੋਂ ਜਿਹੜਾ ਤੁਹਾਡਾ ਵਿਰੋਧੀ ਧਿਰ ਹੈਗਾ ਉਹ ਕਹਿ ਰਿਹਾ ਵੀ ਸਾਨੂੰ ਇਲੈਕਸ਼ਨ ਨਹੀਂ ਚਾਹੀਦੇ, ਜਦੋਂ ਤੁਹਾਡੀ ਸਹਿਯੋਗੀ ਪਾਰਟੀ ਗ੍ਰੀਨ ਪਾਰਟੀ ਕਹਿ ਰਹੀ ਹੈ ਵੀ ਤੁਹਾਡਾ ਸਾਡੇ ਨਾਲ ਰਿਟਨ ਕੰਟਰੈਕਟ ਹੋਇਆ, ਅਸੀਂ ਤੁਹਾਡੇ ਨਾਲ ਹਾਲੇ ਹੋਰ 6-7 ਮਹੀਨੇ ਕੰਮ ਕਰਨ ਨੂੰ ਤਿਆਰ ਹੈਗੇ, why are you calling these elections, ਹੈ ਨਾ, just to grab the full majority government there? ਤੇ ਲੋਕਾਂ ਦੀ ਜਿਹੜੀ ਜਾਨ ਮਾਲ ਹੈ, ਉਹਨਾਂ ਦੀ ਸਿਹਤ ਹੈ, ਉਹਨੂੰ ਤੁਸੀਂ ਰਿਸਕ ਤੇ ਪਾ ਰਹੇ ਹੋ। ਇਹਨਾਂ ਨੇ ਇਹ ਜਿਹੜਾ ਪਲਾਨ ਕੀਤਾ ਸਕੂਲਾਂ ਨੂੰ ਫੁੱਲ ਕਪੈਸਿਟੀ ਜਿਹੜਾ ਰੀਸਟਾਰਟ ਕਰਨ ਦਾ, ਉਹ ਵੀ ਪਲਾਨ ਮੇਰੇ ਹਿਸਾਬ ਨਾਲ ਜਿਹੜਾ ਇੱਕ ਸਾਜ਼ਿਸ਼ ਹੀ ਸੀਗੀ ਇਹ ਇਲੈਕਸ਼ਨਸ ਨੂੰ ਕਾਲ ਕਰਨ ਦੀ। ਔਰ ਮੈਨੂੰ ਕਹਿੰਦਿਆਂ ਹੋਇਆ ਬੜਾ ਫਖਰ ਮਹਿਸੂਸ ਹੁੰਦਾ, ਮੈਂ ਇੱਕੋ ਹੀ ਟਰਸਟੀ ਸੀਗਾ ਸਰੀ ਸਕੂਲ ਬੋਰਡ ਦੇ ਵਿੱਚ ਜਿਹਨੇ ਇਹਦੇ ਖਿਲਾਫ ਆਵਾਜ਼ ਉਠਾਈ। ਮੈਂ ਕਿਹਾ ਕਿ ਵੀ ਇਹ 100% ਕਪੈਸਿਟੀ ਤੇ ਜੇ ਤੁਸੀਂ ਸਕੂਲ ਖੋਲ੍ਹਤੇ ਤਾਂ ਆਪਣੇ COVID-19 ਤੁਹਾਡੇ ਤੋਂ ਇੱਥੇ ਕੰਟਰੋਲ ਨਹੀਂ ਹੋਣਾ। ਤੁਸੀਂ ਦੇਖੋ ਇੰਨਾ ਜ਼ਿਆਦਾ ਪ੍ਰੈਸ਼ਰ ਪਿਆ ਵੀ ਗਵਰਨਮੈਂਟ ਨੇ ਫਿਰ ਉਹ ਪਾਵਰ ਦੇਤੀ ਸੁਪਰੀਡੈਂਟੈਂਟ ਆਫਿਸ ਨੂੰ ਵੀ ਤੁਸੀਂ ਇਹਨੂੰ ਬਲੈਂਡਡ ਮਾਡਲ ਕਰ ਸਕਦੇ ਹੋ। ਸਰੀ ਵਾਸ ਦਾ ਫਸਟ ਸਕੂਲ ਡਿਸਟ੍ਰਿਕਟ ਜਿਹੜਾ ਬਲੈਂਡਡ ਮਾਡਲ ਲੈ ਕੇ ਆਇਆ, ਜਿਹਨੇ ਆਨਲਾਈਨ ਦੇ ਨਾਲ ਇਨ ਕਲਾਸ ਐਜੂਕੇਸ਼ਨ ਇੰਟਰੋਡਿਊਸ ਕੀਤੀ। 25% ਸਟੂਡੈਂਟ ਸਾਡੇ ਜਿਹੜੇ ਐਲੀਮੈਂਟਰੀ ਏਜਡ ਹੈਗੇ, 11,000 ਦੇ ਕਰੀਬ ਸਟੂਡੈਂਟ ਜਿਹੜੇ ਉਹ ਘਰੇ ਬੈਠ ਕੇ ਐਜੂਕੇਸ਼ਨ ਲੈ ਰਹੇ ਆ। ਤੇ ਫਿਰ ਵੀ ਜਿਹੜੇ BC ਆਪਣੇ ਸਰੀ ਦੇ ਵਿੱਚ ਬੜੀ ਮਚ ਹਰੇਕ ਸਕੂਲ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜਾ COVID-19 ਦਾ ਉਹ ਆਪਣੇ ਕੇਸ ਕੋਈ ਨਾ ਕੋਈ ਸਾਹਮਣੇ ਆ ਗਿਆ ਹੈਗਾ, ਹੈ ਨਾ, ਜਿਹੜਾ ਕਿ BC ਦੇ ਸਾਰੇ ਜਿਹੜੇ ਕੰਬਾਈਨਡ ਸਕੂਲ ਡਿਸਟ੍ਰਿਕਟਸ ਦੇ ਜਿਹੜੇ ਕੇਸਿਸ ਹੈਗੇ ਆ ਉਹਨਾਂ ਤੋਂ ਜ਼ਿਆਦਾ ਆਪਣੇ ਸਰੀ ਦੇ ਵਿੱਚ ਕੇਸਿਸ ਆ। ਉਹੀ ਜੇ ਆਪਾਂ ਗੱਲ ਕਰੀਏ ਜੇ ਉਹ 100% ਕਪੈਸਿਟੀ ਤੇ ਖੋਲ ਜਾਂਦੇ, ਇਹ ਕੇਸਿਸ ਬੜੇ ਦੂਰ ਤੱਕ ਜਾਣੇ ਸੀ। ਇਹ ਤੁਹਾਡਾ ਬਹੁਤ ਸੋਹਣਾ, ਮੈਂ ਇਸ ਟੌਪਿਕ ਤੇ ਵੀ ਪਰਤ ਕੇ ਆਉਣਾ ਸੀ ਕਿਉਂਕਿ ਤੁਹਾਡਾ ਏਰੀਆ ਤੁਸੀਂ ਸਕੂਲ ਟਰਸਟੀ ਦੇ ਤੌਰ ਤੇ ਸਰਵ ਕੀਤਾ, ਤੁਹਾਨੂੰ ਇਨਸਾਈਡ ਕਾਫੀ ਇਨਫੋਰਮੇਸ਼ਨ ਹੈ ਕਿ ਹਾਊ ਦਾ ਡਿਸੀਜਨ ਵਰ ਟੇਕਨ। ਸੋ ਬਾਕੀ ਜਿਹੜੇ ਮੁੱਦੇ ਸੀਗੇ, ਆਪਾਂ ਸਰੀ ਹਸਪੀਟਲ ਦੇ ਬਾਰੇ ਗੱਲ ਕੀਤੀ, ਸਕਾਈ ਟ੍ਰੇਨ ਦੇ ਬਾਰੇ ਗੱਲ ਕੀਤੀ, ਪਟਾਲੋ ਬ੍ਰਿਜ ਇਜ਼ ਅਨਦਰ ਸਰੀ ਇਸ਼ੂ। ਸੋ ਇਹਨਾਂ ਨੇ ਅਨਾਉਂਸ ਕੀਤਾ ਕਿ ਇਹ ਨਵਾਂ ਬਣਾਉਣਗੇ। ਇਹਨਾਂ ਨੇ ਕਿਹਾ ਕਿ 4 ਲੇਨ ਦਾ ਬਣਾਵਾਂਗੇ। BC ਲਿਬਰਲ ਦਾ ਜਿਹੜਾ ਮੈਂਡੇਟ ਸੀਗਾ 6 ਲੇਨ ਹੋਣਾ ਚਾਹੀਦਾ। ਜੇ ਤੁਸੀਂ ਬ੍ਰਿਜ ਬਣਾਉਣ ਹੀ ਲੱਗੇ ਆ ਜਾਂ ਇਨਫਰਾਸਟ੍ਰਕਚਰ ਬਣਾਉਣ ਲੱਗੇ ਆ, ਤੁਸੀਂ ਉਹ 5-7 ਸਾਲ ਨਹੀਂ, ਅਗਲੇ 20-30 ਸਾਲ ਦਿਮਾਗ ਸੁਝਣੇ। ਸੇਮ ਥਿੰਗ ਵਿਦ ਮੈਸੀ ਟਨਲ ਜੇ ਹੈਗਾ ਉਹ, ਜੇ ਤੁਸੀਂ ਵਿੰਡੋ ਡਰੈਸਿੰਗ ਕਰਕੇ ਤੇ ਸਮਾਲ ਬਜਟ ਦੇ ਵਿੱਚ ਤੇ ਆਉਣ ਵਾਲੀਆਂ ਜਨਰੇਸ਼ਨਾਂ ਜੇ ਉਹ ਜਿਹੜਾ ਗ੍ਰਿਡ ਲੌਕ ਹੈ ਜੇ ਉਹਨੂੰ ਹੀ ਆਪਾਂ ਮੈਨੇਜ ਨਾ ਕੀਤਾ ਤੇ ਉਹ ਫਿਰ ਕਿਵੇਂ ਆਊ। ਤਾਂ ਪਟਾਲੋ ਬ੍ਰਿਜ ਬਾਰੇ ਤੁਹਾਡੀ ਪਾਰਟੀ ਦਾ ਕੀ? ਦੇਖੋ, ਪਟਾਲੋ ਬ੍ਰਿਜ ਦਾ ਜਿਹੜਾ ਪਲਾਨ ਇਹਨਾਂ ਦਾ ਇਹ ਕਹਿਣਾ ਵੀ ਅਸੀਂ 4 ਲੇਨ ਤੋੜ ਕੇ 4 ਲੇਨ ਬ੍ਰਿਜ ਉੱਥੇ ਨਵਾਂ ਬਣਾ ਦੇਣਾ, ਮੇਰੇ ਖਿਆਲ ਇੱਕ ਬਹੁਤ ਵਧੀਆ ਜਿਹੜਾ ਡਿਸੀਜਨ ਨਹੀਂ ਹੈਗਾ। ਉਹ ਕਹਿੰਦੇ ਤਾਂ ਇਹੀ ਆ ਵੀ ਉਹਨੂੰ ਫਿਊਚਰ ਦੇ ਵਿੱਚ ਐਕਸਪੈਂਸ਼ਨ ਹੋ ਸਕਦੀ ਹੈ 6 ਲੇਨ ਦੀ, ਹੈ ਨਾ। ਵਾਈ ਡੋਂਟ ਯੂ ਸਟਾਰਟ ਵਿਦ ਦ 6 ਲੇਨ ਬ੍ਰਿਜ ਫॉर ਅ ਫਿਊਚਰ ਪੋਟੈਂਸ਼ੀਅਲ ਆਫ 8 ਲੇਨ ਬ੍ਰਿਜ। ਤੇ ਜੇ ਤੁਸੀਂ ਕਹਿੰਦੇ ਹੋ ਵੀ ਨਿਊ ਵੈਸਟਮਿੰਸਟਰ ਦੇ ਵਿੱਚ ਤੁਹਾਡੇ ਕੋਲ ਇਨਫ ਇਨਫਰਾਸਟ੍ਰਕਚਰ ਨਹੀਂ ਹੈਗਾ, ਉੱਥੇ ਟ੍ਰੈਫਿਕ ਨਹੀਂ ਹੋਲਡ ਕਰਦੇ,
then bring that infrastructure in New Westminster first. ਇਹ ਨਹੀਂ ਕਿ ਵੀ ਜੇ ਤੁਹਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ ਤੁਸੀਂ ਉਹਦੀ ਸ਼ਰਤ ਦੇ ਉੱਤੇ ਉਹਨੂੰ ਬ੍ਰਿਜ ਨੂੰ ਹੀ ਐਡਾ ਛੋਟਾ ਬਣਾ ਦਿਓ ਵੀ ਕੱਲ ਨੂੰ ਇੱਥੋਂ ਟ੍ਰੈਫਿਕ ਲੰਘਣੀ ਹੋਈ ਨਹੀਂਗੀ। ਸੋ ਬ੍ਰਿੰਗ ਦੀ ਇਨਫਰਾਸਟ੍ਰਕਚਰ ਤੇ ਉਹਨੂੰ ਬ੍ਰਿਜ ਨੂੰ ਇਸ ਹਿਸਾਬ ਨਾਲ ਬਣਾਓ, ਸਟਾਰਟ ਵਿਦ 6 lane but to be expanded to a 8 lane bridge in the future. So that will be absolutely that ਤੁਹਾਡੀ would be ਪਾਰਟੀ ਦਾ ਪਲੇਟਫਾਰਮ ਹੈ। ਹਾਂਜੀ, ਸੋ ਇਸ ਤੋਂ ਬਾਅਦ ਜਿਹੜਾ ਮੇਨ ਮੁੱਦਾ ਆਪਣਾ ਲੈ ਕੇ ਆਉਂਦੇ ਆ RCMP ਐਂਡ ਲੋਕਲ ਪੁਲਿਸ। ਹਾਂਜੀ, ਸੋ ਤੁਹਾਡੀ ਪਾਰਟੀ ਨੇ ਕਿਹਾ ਕਿ ਅਸੀਂ ਰੈਫਰੈਂਡਮ ਕਰਾਵਾਂਗੇ। ਹਾਂਜੀ, ਜਿਹੜੀ ਵਿਰੋਧੀ ਧਿਰ ਹੈ ਉਹ ਕਹਿੰਦੇ ਯੂ ਆਰ ਮੈਡਲਿੰਗ ਵਿਦ ਸਿਟੀ ਅਫੇਅਰਸ। ਅੱਜ ਵੀ ਆਪਣੀ ਗੱਲਬਾਤ ਹੋਈ ਸੀ, ਉਸ ਦੇ ਬਾਰੇ ਤੁਹਾਡੇ ਆਪਦੇ ਪਰਸਨਲ ਖਿਆਲ ਤੇ ਤੁਹਾਡੀ ਪਾਰਟੀ ਦੇ ਕੀ ਖਿਆਲ ਹੈ? ਦੇਖੋ, ਪਾਰਟੀ ਸਾਡੀ ਦੇ ਜਿਹੜੇ ਲੀਡਰ ਹੈਗੇ ਮਿਸਟਰ ਐਂਡਰੂ ਵਿਲਕਨਸਨ, ਉਹਨਾਂ ਨੇ ਬਹੁਤ ਕਲੀਅਰਲੀ ਇਹਦੇ ਉੱਤੇ ਮੈਸੇਜ ਦਿੱਤਾ ਹੈਗਾ ਵੀ ਵੀ ਵਿਲ ਗਿਵ ਦੀ ਚੁਆਇਸ ਟੂ ਦ ਰੈਜ਼ੀਡੈਂਟਸ ਆਫ ਸਰੀ। ਸੋ ਜਿਹੜਾ ਫਾਈਨਲ ਡਿਸੀਜਨ ਹੈ, ਅਸੀਂ ਜਿਹੜਾ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜਿਹੜਾ ਇਸ ਟਾਈਮ ਇਹ ਟ੍ਰਾਂਜੀਸ਼ਨ ਪ੍ਰੋਸੈਸ ਹੈਗਾ, ਵੀ ਗੋਨਾ ਪੁੱਟ ਅ ਪੌਜ਼ ਔਨ ਇਟ। We will have a referendum done with the expense of the provincial government। ਇਹ ਕਈਆਂ ਨੇ ਅੱਜ ਵੀ ਉਹਦੇ ਡਿਬੇਟ ਦੇ ਵਿੱਚ ਵੀ ਕਿਸੇ ਨੇ ਕਿਹਾ ਵੀ ਨਹੀਂ ਉਹ ਲੋਕਲ ਸਿਟੀ ਆਫ ਸਰੀ ਨੂੰ ਜਿਹੜਾ ਉਹਦਾ ਖਰਚਾ ਜਿਹੜਾ ਉਹਨਾਂ ਦੇ ਉੱਤੇ ਪਾਣਾ, that is wrong। ਜਿਹੜਾ ਉਹਦਾ ਰੈਫਰੈਂਡਮ ਦਾ ਖਰਚਾ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਉਹ ਬੇਅਰ ਕਰੇਗੀ, ਪਰ ਉਹ ਚੁਆਇਸ ਫਿਰ ਵੀ ਆਪਣੇ ਕੋਲੇ ਰੈਜ਼ੀਡੈਂਟਸ ਆਫ ਸਰੀ ਕੋਲ ਹੀ ਆ ਵੀ ਜੇ ਅਸੀਂ ਚਾਹੁੰਦੇ ਆ ਵੀ ਲੋਕਲ PD ਆਵੇ ਤਾਂ ਉਹ ਵੀ ਠੀਕ ਹੈ, ਜੇ ਅਸੀਂ ਚਾਹੁੰਦੇ ਹਾਂ RCMP ਰਵੇ ਉਹ ਵੀ ਠੀਕ ਹੈ। BC ਲਿਬਰਲ ਪਾਰਟੀ ਕਿਸੇ ਵੀ ਧਿਰੇ ਦਾ ਜਿਹੜਾ ਉਹ ਸਾਥ ਨਹੀਂ ਦੇ ਰਹੀ ਹੈਗੀ ਜੀ। ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਚੁਆਇਸ ਜਿਹੜੀ ਲੋਕਾਂ ਕੋਲੇ ਜਾਵੇ, ਕਿਉਂਕਿ ਮਾਨਯੋਗ ਜਿਹੜੇ ਆਪਣੇ ਜੌਨ ਹੌਰਗਨ ਸਾਹਿਬ ਆ, ਇਹਨਾਂ ਦਾ ਇਹ ਕਹਿਣਾ ਇਹੀ ਕਹਿ ਕੇ ਟਾਲ ਦੇਣਾ ਵੀ ਇਹ ਤਾਂ ਭੂੰਡਾਂ ਦੀ ਖੱਖਰ ਹੈ, ਇਹਦੇ ਵਿੱਚ ਹੱਥ ਪਾਉਣ ਨੂੰ ਕੋਈ ਫਾਇਦਾ ਨਹੀਂ ਹੈਗਾ। ਮੇਰੇ ਹਿਸਾਬ ਨਾਲ ਕੋਈ ਬਹੁਤ ਹੀ ਵਧੀਆ ਲੀਡਰਸ਼ਿਪ ਦੀ ਉਹ ਸਟੇਟਮੈਂਟ ਨਹੀਂ ਹੈਗੀ। ਸੋ ਉਹਨਾਂ ਨੇ ਕਿਹਾ ਇਸ ਕੈਨ ਆਫ ਵਰਮਸ ਐਂਡ ਤੁਹਾਡੇ ਵਧੀਆ ਤੁਸੀਂ ਸਾਡੇ ਜਿਹੜੇ ਵਿਊਅਰਸ ਆ ਉਹਨਾਂ ਨੂੰ ਇਹ ਕਲੀਅਰ ਕਰਤਾ ਕਿ ਰੈਫਰੈਂਡਮ ਦਾ ਮਤਲਬ ਇਹ ਨਹੀਂਗਾ ਵੀ ਤੁਸੀਂ RCMP ਨੂੰ ਸਪੋਰਟ ਕਰਦੇ ਆ, ਐਂਡ ਰੈਫਰੈਂਡਮ ਦਾ ਮਤਲਬ ਇਹੀ ਹੁੰਦਾ ਹੈ ਕਿ ਸਿਟੀਜ਼ਨ ਆਫ ਸਰੀ ਵਿਲ ਡਿਸਾਈਡ ਵੀ ਉਹ ਲੋਕਲ ਪੁਲਿਸ ਚਾਹੁੰਦੇ ਆ ਕਿ ਦੇ ਵਾਂਟ ਟੂ ਕੀਪ RCMP। ਬਿਲਕੁਲ ਜੀ, ਬਿਲਕੁਲ। ਹਾਂਜੀ, ਸੋ ਉਹ ਜਿਹੜੀ ਹੈਗੀ ਹੈ, ਕਿਉਂਕਿ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਜਿਹੜੇ ਇਹ ਬਹੁਤ ਜ਼ਰੂਰੀ ਮੁੱਦਾ ਆ ਕਿ ਜਿਹੜੀ ਕਮਿਊਨਿਟੀਜ਼ ਆ, ਲੋਕਲ ਕਮਿਊਨਿਟੀਜ਼ ਇਹਨੂੰ ਡਿਸਾਈਡ ਕਰਨ। ਬਿਲਕੁਲ ਜੀ, ਬਿਲਕੁਲ। ਸੋ ਇਸ ਦੇ ਨਾਲ ਹੁਣ ਆਪਾਂ ਪਰਤ ਕੇ ਆਈਏ ਤੁਹਾਡੀ ਰਾਈਡਿੰਗ ਦੇ ਵਿੱਚ। ਹਾਂਜੀ, ਸਰੀ ਫਲੀਟਵੁੱਡ, ਉੱਥੋਂ ਦੇ ਕੀ ਮੁੱਦੇ ਤੁਸੀਂ ਸੋਚਦੇ ਆ ਸਪੈਸੀਫਿਕ ਤੁਹਾਡੀ ਰਾਈਡਿੰਗ ਦੇ ਮੁੱਦੇ? ਦੇਖੋ, ਸਾਡੇ ਜਿਹੜੇ ਸਪੈਸੀਫਿਕਲੀ ਮੇਰੀ ਸਰੀ ਫਲੀਟਵੁੱਡ ਜਿਹੜੀ ਬਿਜ਼ਨਸ ਐਸੋਸੀਏਸ਼ਨ ਹੈਗੀ ਆ, ਉਹਨਾਂ ਨਾਲ ਵੀ ਮੀਟਿੰਗ ਹੋਈ ਆ। ਉਹਨਾਂ ਦੇ ਮੈਂ ਕੰਸਰਨਸ ਬਹੁਤ ਕਲੋਜ਼ਲੀ ਵਾਚ ਕੀਤੇ ਆ। ਉਹਨਾਂ ਦੇ ਕਾਫੀ ਕੰਸਰਨਸ ਹੈਗੇ ਆ ਰਿਲੇਟਿੰਗ ਟੂ ਜਿਹੜੇ ਬਿਜ਼ਨਸਿਸ, ਸਾਡੇ ਸਮਾਲ ਬਿਜ਼ਨਸਿਸ ਖਾਸ ਕਰਕੇ ਉਹ ਬੈਂਕਰਪਸੀ ਵੱਲ ਜਾ ਰਹੇ ਆ। ਜਿੰਨੀ ਵੀ ਫਰੇਜ਼ਰ ਹਾਈਵੇ ਦੇ ਲਾਗੇ ਛਾਗੇ ਸਮਾਲ ਬਿਜ਼ਨਸਿਸ ਦੀ ਬੈਲਟ ਹੈਗੀ ਆ, ਉਹਦੇ ਵਿੱਚ ਕਾਫੀ ਬਿਜ਼ਨਸਿਸ ਜਿਹੜੇ ਆਲਰੇਡੀ ਸ਼ਟ ਡਾਊਨ ਹੋ ਗਏ, ਔਰ ਕਈ ਬਿਜ਼ਨਸਿਸ ਇਹੋ ਜਿਹੇ ਉਹਨਾਂ ਨੇ ਮੈਨੂੰ ਦੱਸੇ ਜਿਹੜੇ ਐਟ ਰਿਸਕ ਹੈਗੇ ਆ। ਸੋ ਉਹਦੇ ਲਈ ਸਾਡੀ ਪਾਰਟੀ ਦਾ ਜਿਹੜਾ ਇਹ ਫੈਸਲਾ ਹੈਗਾ ਵੀ ਜਿਹੜੀ PST ਐਲੀਮੀਨੇਟ ਕਰਨੀ ਪਹਿਲੇ 1 ਸਾਲ ਲਈ 7%, ਦੂਜੇ ਸਾਲ ਦੇ ਵਿੱਚ ਉਹਨੂੰ 3% ਹੈ ਨਾ ਕਰਕੇ ਘਟਾਉਣਾ ਹੈਗਾ। ਉਹਦੇ ਨਾਲ ਇਹ ਨਹੀਂ ਵੀ ਸਿਰਫ ਆਪਣੇ ਹਰੇਕ ਬੰਦੇ ਨੂੰ, ਪਹਿਲਾਂ ਤਾਂ ਇਹ ਸਾਰਿਆਂ ਨੂੰ ਜਾਣ ਲੈਣਾ ਚਾਹੀਦਾ ਐਵਰੀਬਡੀ ਪੇਜ਼ PST। ਸੋ ਇਹਦਾ ਹਰੇਕ ਨੂੰ ਹੀ ਫਾਇਦਾ ਹੋਣਾ ਹੈਗਾ। ਇਹ ਨਹੀਂ ਵੀ ਕਿਉਂਕਿ NDP ਦਾ ਕਹਿਣਾ ਵੀ ਹੈਲਪਿੰਗ ਬਿਗ ਬਿਜ਼ਨਸ, ਨੋ ਐਵਰੀਵਨ ਪੇਜ਼ PST ਔਰ ਹਰੇਕ ਬੰਦੇ ਨੂੰ ਇਸ ਦਾ ਫਾਇਦਾ ਹੋਣਾ ਹੈਗਾ। ਲੈਟ ਮੀ ਬੀ ਵੈਰੀ ਕਲੀਅਰ ਔਨ ਦੈਟ। $1700 ਤੱਕ ਜਿਹੜਾ ਫਸਟ ਈਅਰ ਤੁਹਾਨੂੰ ਸੇਵਿੰਗ ਹੋਣੀ ਹੈਗੀ ਆ, ਜਿਹੜੇ ਕਿ 4 ਬੰਦਿਆਂ ਦੀ ਫੈਮਿਲੀ ਦੇ ਸਾਈਜ਼ ਦੇ ਵਿੱਚ ਤੁਸੀਂ ਜੇ ਤੁਹਾਡੀ ਇਨਕਮ $60,000 ਤੱਕ ਹੈਗੀ ਆ, ਤੇ ਜੇ ਤੁਸੀਂ ਕੋਈ ਬਿਜ਼ਨਸ ਓਨ ਕਰਦੇ ਹੈਗੇ ਹੋ, ਤੁਸੀਂ ਉਹ ਬਿਜ਼ਨਸ ਦੇ ਵਿੱਚ ਮੇਰੇ ਕੋਲ ਲਿਸਟ ਸੀਗੀ, ਲਿਸਟ ਆਫ ਬਿਜ਼ਨਸਿਸ ਸੀ ਆਲਮੋਸਟ 40-45 ਬਿਜ਼ਨਸਿਸ ਉਹਦੇ ਵਿੱਚ ਅਸੀਂ ਆਊਟਲਾਈਨ ਕੀਤੇ ਹੈਗੇ ਜਿਨ੍ਹਾਂ ਨੂੰ ਇਹਦਾ ਫਾਇਦਾ ਹੋਣਾ। ਵੀ ਉਹ ਬਿਜ਼ਨਸਿਸ ਜਿਹੜੇ ਵੈਰੀ ਕਲੋਜ਼ ਟੂ ਜਿਹੜੇ ਬੈਂਕਰਪਸੀ ਹੈਗੇ ਆ, ਜਾਂ ਜਿਹੜੀ ਆਪਣੀ ਹੋਟਲ ਇੰਡਸਟਰੀ ਹੈਗੀ, ਹੁਣ ਜਿਹੜਾ ਸਾਡਾ 2% ਐਡੀਸ਼ਨਲ ਟੈਕਸ ਲੱਗਦਾ ਸੀਗਾ ਹੋਟਲ ਇੰਡਸਟਰੀ ਦੇ ਉੱਤੇ, ਅਸੀਂ ਉਹਦੀ ਵੀ ਅੱਜ ਅਨਾਉਂਸਮੈਂਟ ਕਰਤੀ ਕਿ ਉਹ ਅਸੀਂ ਲਿਬਰਲ ਪਾਰਟੀ ਉਹਨੂੰ ਵੇਵ ਕਰ ਰਹੀ ਆ। ਉਹਦੇ ਨਾਲ ਜਿਹੜਾ ਉਹਨਾਂ ਦਾ 9% ਟੈਕਸ ਉਹਨਾਂ ਦਾ ਜਿਹੜਾ ਉਹ ਬ੍ਰੇਕ ਮਿਲ ਰਹੀ ਆ ਫਸਟ ਈਅਰ ਦੇ ਵਿੱਚ। ਸੈਕੰਡ ਈਅਰ ਦੇ ਵਿੱਚ ਉਹਨਾਂ ਨੂੰ 7% ਦੀ ਜਿਹੜੀ ਬ੍ਰੇਕ ਮਿਲ ਰਹੀ ਹੈਗੀ ਆ ਟੈਕਸ ਦੇ ਵਿੱਚ, ਵਿਚ ਵਿਲ ਹੈਲਪ ਜਿਹੜੀ ਲੋਕਲ ਆਪਣੀ ਹੋਟਲ ਇੰਡਸਟਰੀ ਜਾਂ ਟੂਰਿਜ਼ਮ ਇੰਡਸਟਰੀ ਹੈਗੀ ਜਿਹੜੀ BC ਦੀ, ਉਹਦੇ ਨਾਲ ਆਪਣੇ ਜਿਹੜੇ ਲੋਕਲ ਵਸਨੀਕ ਹੈਗੇ ਜਾਂ ਹੋਰ ਸੂਬਿਆਂ ਤੋਂ ਜਿਹੜੇ ਟੂਰਿਸਟ ਹੈਗੇ ਆ, ਉਹ ਆਪਣੇ ਇੱਥੋਂ ਦੇ ਹੋਟਲ ਤੇ ਉਹ ਯੂਜ਼ ਕਰਨਗੇ ਜਿਹੜੇ ਆਪਣੇ ਟੂਰਿਸਟ ਸਪੌਟ ਹੈਗੇ ਆ। ਸੋ ਉਹਦੇ ਨਾਲ ਆਪਣੀ ਇਕੋਨਮੀ ਨੂੰ ਜਿਹੜਾ ਬੂਸਟ ਮਿਲਣ ਵਾਲਾ ਹੈਗਾ। ਜਿਹੜਾ ਹਾਊਸਿੰਗ ਆਪਾਂ ਕੰਸਟਰਕਸ਼ਨ ਦੀ ਗੱਲ ਕਰੀਏ, ਸਿਰਫ PST ਰਿਬੇਟ ਦੇ ਨਾਲ
ਇੱਕ ਜਿਹੜਾ ਐਵਰੇਜ ਘਰ ਆਪਣੀ ਬਹੁਤ ਸਾਰੀ ਕਮਿਊਨਿਟੀ ਜਿਹੜੀ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਆ, ਤੁਹਾਨੂੰ ਵੀ ਪਤਾ ਹੈਗਾ ਨਾ, ਘਰਾਂ ਬਣਾਉਣ ਦੇ ਵਿੱਚ, ਔਰ ਉਹਦੇ ਵਿੱਚ ਆਪਣੇ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਟ੍ਰੇਡ ਰਿਲੇਟਿਡ ਜਿਹੜੇ ਬੰਦੇ ਹੈਗੇ ਆ, ਉਹ ਵੀ ਆਪਣੀ ਕਮਿਊਨਿਟੀ ਦੇ ਵਿੱਚੋਂ ਹੀ ਹੈਗੇ ਆ। ਜੇ ਪੀਐਸਟੀ ਹਟਦੀ ਹੈ ਤਾਂ ਇੱਕ ਐਵਰੇਜ ਘਰ ਦੀ ਕਾਸਟ $19,500 ਥੱਲੇ ਆਉਂਦੀ ਹੈ। ਸੋ $19,500 ਕਿਹਦੀ ਪਾਕਟ ਵਿੱਚ ਪੈਣਾ? ਕੰਜ਼ਿਊਮਰ ਦੀ ਪਾਕਟ ਵਿੱਚ, ਜਿਹੜਾ ਉਹ ਹਾਊਸ ਨੂੰ ਪਰਚੇਜ਼ ਕਰ ਰਿਹਾ ਹੈਗਾ। ਉਹਦੇ ਨਾਲ ਹਾਊਸਿੰਗ ਅਫੋਰਡੇਬਿਲਟੀ ਵਧੇਗੀ, ਉਹਦੇ ਨਾਲ ਕੰਸਟਰਕਸ਼ਨ ਕਾਸਟ ਵਧੇਗੀ, ਉਹਦੇ ਨਾਲ ਹੋਰ ਕਾਮਿਆਂ ਲਈ ਜੌਬਸ ਕ੍ਰੀਏਟ ਹੋਣੀਆਂ। ਸੋ ਜਿਹੜੀ ਲਿਬਰਲ ਗਵਰਨਮੈਂਟ ਹੈਗੀ ਆ, ਇਹਨਾਂ ਦਾ ਮਾਈਂਡ ਸੈਟ ਹੈਗਾ, ਬਿਜ਼ਨਸ ਮਾਈਂਡ ਸੈਟ ਹੈਗਾ ਵੀ ਤੁਸੀਂ ਇਕਨੋਮੀ ਨੂੰ ਕਿੱਦਾਂ ਥਰਾਈਵ ਕਰਨਾ, ਇਨਕਮ ਕਿੱਥੋਂ ਜਨਰੇਟ ਕਰਨੀ ਹੈਗੀ। ਇਹ ਨਾ ਹੋਵੇ ਵੀ ਤੁਸੀਂ ਇੱਕ ਡਿਪਾਰਟਮੈਂਟ ਦੇ ਵਿੱਚੋਂ ਪੈਸੇ ਕੱਢ ਕੇ ਦੂਜੇ ਦੇ ਵਿੱਚ ਧਰਤੇ ਤੇ ਦੂਜੇ ਤੋਂ ਕੱਢ ਕੇ ਤੀਜੇ 'ਚ ਧਰਤੇ, ਉਹਦੇ ਨਾਲ ਜਿਹੜਾ ਤੁਸੀਂ ਇੱਕ ਸੈਗਮੈਂਟ ਦੇ ਉੱਤੇ ਭਾਰ ਕਿਸੇ ਦੇ ਉੱਤੇ ਪਾ ਦਿੰਦੇ ਹੋ ਪਰ ਦੂਜੇ ਨੂੰ ਰਿਲੀਫ ਦੇ ਦਿੰਦੇ ਹੋ। BC ਲਿਬਰਲ ਗਵਰਨਮੈਂਟ ਦਾ ਪਹਿਲਾ ਤਾਂ ਵਾਅਦਾ ਸਾਡਾ ਇਹ ਜੀ ਵੀ ਅਸੀਂ ਟੋਲਾਂ ਤੇ ਉੱਤੇ ਦੁਬਾਰਾ ਬ੍ਰਿਜ ਤੇ ਉੱਤੇ ਟੋਲ ਨਹੀਂ ਲਾਉਣੇ, that will stay toll free। ਸੈਕਿੰਡ ਜਿਹੜੀ ਸਾਡੀ ਕਮਿਟਮੈਂਟ ਹੈਗੀ ਆ, ਜਿਹੜਾ MSP ਪ੍ਰੀਮੀਅਮ ਹੈਗਾ ਉਹ ਅਸੀਂ ਵਾਪਸ ਨਹੀਂ ਲੈ ਕੇ ਆਉਣਾ ਹੈਗਾ, that will stay zero। ਹਾਂ, ਜਿਹੜਾ ਉਹਦਾ MSP ਦਾ ਵਾਧੂ ਬੋਝ ਜਿਹੜਾ ਬਿਜ਼ਨਸ ਓਨਰਸ ਦੇ ਉੱਤੇ ਪਿਆ, ਉਹਨੂੰ ਅਸੀਂ ਕਿੱਦਾਂ ਘੱਟ ਕਰਨਾ, ਉਹਦੀ ਅਸੀਂ ਜਿਹੜੀ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਵੀ ਉਹ ਜਿਹੜੇ ਬਿਜ਼ਨਸ ਓਨਰਸ ਹੈਗੇ ਆ, ਜਿਹੜਾ ਇਹਨਾਂ ਨੇ ਉਹ ਕੰਜ਼ਿਊਮਰ ਦੇ ਵੱਲੋਂ ਤਾਂ MSP ਫ੍ਰੀ ਕਰਤਾ, ਪਰ ਬਿਜ਼ਨਸ ਓਨਰ ਦੇ ਉੱਤੇ ਉਹ ਜਿਹੜਾ ਵਾਧੂ ਭਾਰ ਪਾਤਾ, ਉਹਨੂੰ ਕਿਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਬ੍ਰੇਕ ਦੇ ਸਕਦੇ ਆ। ਆਰ ਗਵਰਨਮੈਂਟ ਵਿਲ ਵਰਕ ਔਨ ਇਟ, ਹੈ ਨਾ, ਡੈਫੀਨੇਟਲੀ। ਸੋ ਇਸ ਤਰ੍ਹਾਂ ਦੀ ਜਿਹੜੀ ਮਾਈਂਡ ਸੈਟ ਹੈ, ਇਹ ਬਹੁਤ ਜ਼ਰੂਰੀ ਹੈ। ਜਿਹੜਾ ਅਗਾਂਹ ਆਪਣੇ ਸੂਬੇ ਨੂੰ ਲੈ ਕੇ ਜਾਣ ਵਾਲੀ ਜਿਹੜੀ ਆਪਣੀ ਇਹਨਾਂ ਦੀ ਪਾਲਿਸੀਜ਼ ਹੈਗੀਆਂ ਜਾਂ ਇਹਨਾਂ ਦਾ ਮਾਈਂਡ ਸੈਟ ਹੈਗਾ, ਕਿਉਂਕਿ ਜਿੰਨੀ ਵਾਰੀ ਵੀ NDP ਹੋਣ ਦੇ ਵਿੱਚ ਆਏ ਆ, ਚਾਹੇ ਆਪਾਂ ਇਹਨਾਂ ਹਿਸਟੋਰੀਕਲੀ ਇੱਦੋਂ ਪਿਛਲੀ ਟਰਮ ਇਹਨਾਂ ਦੀ ਦੇਖ ਲਈਏ ਜਾਂ ਆਵਲੀ ਟਰਮ ਦੇਖ ਲਈਏ, ਹਮੇਸ਼ਾ ਹੀ ਜਿਹੜੀ ਸੂਬੇ ਦੀ ਇਕਨੋਮੀ ਉਹ ਥੱਲੇ ਆਈ ਹੈਗੀ ਆ। ਇੱਥੋਂ ਹਜ਼ਾਰਾਂ ਹੀ ਲੋਕ ਜਿਹੜੇ ਇੱਥੋਂ ਅਲਬਰਟਾ ਦੇ ਵਿੱਚ ਮੂਵ ਹੋਏ ਹੈਗੇ ਆ। ਜਿਸ ਦਿਨ ਇਹ ਸਰਕਾਰ ਹੋਣ ਦੇ ਵਿੱਚ ਆਈ 2017 ਦੇ ਵਿੱਚ, ਸਾਡੇ ਕੋਲੇ $2.8 ਬਿਲੀਅਨ ਸਰਪਲਸ ਦੇ ਵਿੱਚ ਪਿਆ ਸੀਗਾ। ਅੱਜ ਦੀ ਤਰੀਕ ਦੇ ਵਿੱਚ ਸਾਡੇ ਕੋਲੇ $12.5 ਬਿਲੀਅਨ ਤੋਂ ਉੱਤੇ ਡੈਫਿਸਿਟ ਹੈਗਾ। ਸੋ ਉਹ ਜਿਹੜਾ 17-18 ਬਿਲੀਅਨ ਕਿੱਥੇ ਗਿਆ ਜੀ? COVID-19 ਦੇ ਕਾਰਨ ਇਹ ਸਾਰਾ ਲਾਸ ਨਹੀਂ ਹੋਇਆ, ਇਹ ਤਾਂ ਲਾਸ ਹੁਣ ਫਰਵਰੀ-ਮਾਰਚ ਤੋਂ ਸਟਾਰਟ ਹੋਇਆ, ਜਦੋਂ ਦੇ ਲੋਕੀ ਲਾਕਡਾਊਨ ਦੇ ਵਿੱਚ ਗਏ ਆ। ਪਰ ਇਹ ਜਿਹੜਾ ਡੈਫਿਸਿਟ ਆ, ਇਦੋਂ ਬਹੁਤ ਪਹਿਲਾਂ ਹੀ ਜਿਹੜਾ ਆਣਾ ਸ਼ੁਰੂ ਹੋ ਗਿਆ ਸੀਗਾ, ਕਿਉਂਕਿ NDP ਦੀਆਂ ਜਿਹੜੀਆਂ ਪਾਲਿਸੀਜ਼ ਆ, ਖਰਚਾ ਕਰੋ ਪਰ ਇਨਕਮ ਵੱਲ ਕੋਈ ਧਿਆਨ ਨਾ ਦਿਓ, ਉਹਦੇ ਕਰਕੇ ਜਿਹੜਾ ਇਹ ਕੰਮ ਹੋਇਆ ਜੀ। ਸੋ ਸਾਡੀ ਗੱਲ ਚੱਲ ਰਹੀ ਹੈ ਗੈਰੀ ਥਿੰਦ, ਜਿਹੜੇ ਕਿ MLA ਦੇ ਕੈਂਡੀਡੇਟ ਹਨ BC ਲਿਬਰਲ ਪਾਰਟੀ ਤੋਂ, ਸਰੀ ਫਲੀਟਵੁੱਡ ਤੋਂ। ਸਾਡੀ ਗੱਲ ਇਸੇ ਤਰ੍ਹਾਂ ਹੀ ਜਾਰੀ ਰਹੂਗੀ। ਅੱਜ ਅਸੀਂ ਫੋਨ ਕਾਲ ਨਹੀਂ ਲੈ ਰਹੇ ਐਂਡ ਕਿਉਂਕਿ ਕਾਫੀ ਮੁੱਦੇ ਜਿਹੜੇ ਡਿਸਕਸ ਕਰਨ ਵਾਲੇ ਆ। 4-5 ਮਿੰਟ ਦਾ ਕਮਰਸ਼ੀਅਲ ਬ੍ਰੇਕ ਲੈ ਕੇ ਫਿਰ ਪਰਤ ਕੇ ਆਉਣੇ। ਪਲੀਜ਼ ਸਟੇ ਟਿਊਨਡ ਇਨ ਐਂਡ ਸਾਡੀ ਗੱਲ ਐਸੇ ਹੀ ਤਰ੍ਹਾਂ ਗੈਰੀ ਥਿੰਦ ਜਿਹੜੇ ਕਿ ਕੈਂਡੀਡੇਟ ਫॉर MLA ਫਰਮ ਸਰੀ ਫਲੀਟਵੁੱਡ, ਉਹਨਾਂ ਨਾਲ ਸਾਡੀ ਗੱਲ ਜਾਰੀ ਰਹੂਗੀ। ਧੰਨਵਾਦ। ਸਤਿ ਸ਼੍ਰੀ ਅਕਾਲ ਐਂਡ ਵੈਲਕਮ ਬੈਕ ਟੂ CJ ਸਿੱਧੂ ਸ਼ੋ। ਜਿਸ ਦਾ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਾਡੀ ਗੱਲਬਾਤ ਚੱਲ ਰਹੀ ਹੈ ਗੈਰੀ ਥਿੰਦ, ਜਿਹੜੇ ਕਿ ਕੈਂਡੀਡੇਟ ਹਨ BC ਲਿਬਰਲ ਪਾਰਟੀ ਦੇ ਫਰਮ ਸਰੀ ਫਲੀਟਵੁੱਡ। ਉਹਨਾਂ ਨਾਲ ਕਾਫੀ ਵਿਸ਼ਿਆਂ 'ਤੇ ਸਾਡੀ ਗੱਲਬਾਤ ਚੱਲ ਰਹੀ ਹੈ। ਸਰੀ ਹਸਪੀਟਲ ਬਾਰੇ ਗੱਲ ਕੀਤੀ, ਸਕਾਈ ਟ੍ਰੇਨ ਬਾਰੇ ਗੱਲ ਕੀਤੀ, ਪਟਾਲੋ ਬ੍ਰਿਜ ਬਾਰੇ ਗੱਲ ਕੀਤੀ। ਕਾਫੀ ਮੁੱਦੇ ਜਿਹੜੇ ਹੈਗੇ ਆ ਗੱਲ ਕਰਨ ਵਾਲੇ ਆ। ਬੀਇੰਗ ਏ ਸਕੂਲ ਟਰਸਟੀ, ਅਸੀਂ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ICBC ਤੁਹਾਡੀ ਪਾਰਟੀ ਨੇ ਅਨਾਊਂਸ ਕੀਤਾ ਹੈ ਕਿ ਜੇ ਤੁਸੀਂ ਪਾਵਰ ਦੇ ਵਿੱਚ ਆਏ ਤਾਂ ਤੁਸੀਂ ਇੱਥੇ ਪ੍ਰਾਈਵੇਟਾਈਜੇਸ਼ਨ ਕਰ ਦੇਣਾ, ਉਹਦੇ ਬਾਰੇ ਤੁਹਾਡੇ ਕੀ ਖਿਆਲ ਹੈ? ਦੇਖੋ, ਪ੍ਰਾਈਵੇਟਾਈਜੇਸ਼ਨ ਨਹੀਂ ਅਸੀਂ ਉਹਨਾਂ ਨੂੰ ਕਹਿ ਰਹੇ ਵੀ ਕਰ ਦੇਣਾ ਹੈਗਾ। ICBC ਜਿਹੜੀ ਉਹ ਇੰਟੈਕਟ ਰਹੇਗੀ, ਉਹਦੇ ਨਾਲ ਜਿਹੜੀ ਪ੍ਰਾਈਵੇਟ ਕੰਪਨੀਆਂ ਨੂੰ ਅਸੀਂ ਇੱਥੇ ਓਪਨ ਕਰਨੀ ਹੈਗੀ ਮਾਰਕੀਟ, ਤਾਂ ਕਿ ਲੋਕਾਂ ਕੋਲੇ ਆਪਸ਼ਨ ਹੋਵੇ ਵੀ ਉਹਨਾਂ ਨੇ ਜਿਹੜੀ ICBC ਤੋਂ ਆਪਣੀ ਇੰਸ਼ੋਰੈਂਸ ਲੈਣੀ ਹੈ ਜਾਂ ਦੂਜਿਆਂ ਕੋਲੋਂ ਲੈਣੀ ਹੈ। ਜਿਹੜਾ ਵਿਰੋਧੀ ਧਿਰ ਦਾ ਇਹ ਕਹਿਣਾ ਕਿ ਵੀ ਜਿਹੜੀ ਆਪਣੀ ICBC ਆ, ਉਹਦੇ ਕੋਲੇ ਸਿਰਫ ਜਿਹੜੇ ਡਿਫਾਲਟਰ ਹੈਗੇ ਉਹੀ ਰਹਿ ਜਾਣਗੇ, ਜਿਹੜੇ ਚੰਗੇ ਡਰਾਈਵਰ ਆ ਉਹ ਸਾਰੇ ਪ੍ਰਾਈਵੇਟ ਕੰਪਨੀਆਂ ਨੇ ਚੱਕ ਕੇ ਲੈ ਜਾਣੇ ਆ, ਉਹ ਵੀ ਮੇਰੇ ਹਿਸਾਬ ਨਾਲ ਕੋਈ ਬਹੁਤ ਹੀ ਵਧੀਆ ਸਟੇਟਮੈਂਟ ਨਹੀਂ ਹੈਗੀ। ਕਿਉਂਕਿ ਜਦੋਂ ਕੋਈ ਵੀ, ਚਾਹੇ ਉਹ ਗਵਰਨਮੈਂਟ ਦਾ ਅਦਾਰਾ ਹੈਗਾ ਤੇ ਚਾਹੇ ਉਹ ਪ੍ਰਾਈਵੇਟ ਅਦਾਰਾ, ਜਦੋਂ ਕੰਪੀਟੀਸ਼ਨ ਹੁੰਦਾ ਦੋਨੋਂ ਹੀ ਕੰਪੀਟ ਕਰਦੇ ਆ। ਇਹ ਨਹੀਂ ਵੀ ਗਵਰਨਮੈਂਟ ਦਾ ਅਦਾਰਾ ਜਿਹੜਾ ਉਹ ਹੱਥ ਤੇ ਹੱਥ ਧਰ ਕੇ ਬਹਿ ਜਾਊਗਾ ਤੇ ਪ੍ਰਾਈਵੇਟ ਨੂੰ ਜਿਹੜਾ ਉਹ ਉਹਨਾਂ ਨੂੰ ਸਾਰੀ ਮਲਾਈ ਜਿਹੜੀ ਕੱਢ ਕੇ ਲੈ ਕੇ ਜਾਣਾ। ਪਰ ਇੱਥੇ ਆਪਣੇ ਗੈਰੀ ਜਸਟ ਐਜ਼ ਅ ਪੁਆਇੰਟ, ਜਿਹੜੀ ਹੈ ਜਿਸ ਹਿਸਾਬ ਨਾਲ ਬਿਜ਼ਨਸ ਇਨਵਾਇਰਨਮੈਂਟ ਚੱਲ ਰਿਹਾ ਹੈ, ਹਾਂਜੀ, ਤੇ ਜਿਸ ਹਿਸਾਬ ਨਾਲ ਦੁਨੀਆ ਚੱਲ ਰਹੀ ਹੈ, ਇਹ ਪੁੱਟ COVID-19 ਅਸਾਈਡ,
ਗਵਰਨਮੈਂਟ ਸ਼ੁੱਡ ਰਨ ਲਾਈਕ ਅ ਬਿਜ਼ਨਸ। ਹਾਂਜੀ ਬਿਲਕੁਲ ਜੀ ਬਿਲਕੁਲ, ਕਿਉਂਕਿ ਇਹ ਟੈਕਸ ਪੇਅਰ ਦੀ ਮਨੀ ਹੈ। ਬਿਲਕੁਲ ਜੀ। ਟੈਕਸ ਪੇਅਰ ਦੀ ਮਨੀ ਨੂੰ ਤੁਸੀਂ ਕਿਵੇਂ ਵਰਤਣਾ ਆ, ਇਹ ਬਹੁਤ ਜ਼ਰੂਰੀ ਗੱਲ ਹੈ। ਉਹ ਭਾਵੇਂ ਆਈਸੀਬੀਸੀ ਹੋਵੇ, ਕਰਾਊਨ ਕਾਰਪੋਰੇਸ਼ਨਸ ਹੋਣ ਜਾਂ ਦੂਜੇ ਹੋਣ। ਬਿਲਕੁਲ ਜੀ, ਉਹਦੇ ਲਈ ਮੈਂ ਕਹਿ ਰਿਹਾ ਵੀ ਉਹ ਤੁਹਾਨੂੰ ਪਾਰਟੀ ਔਰ ਲੀਡਰ ਵੀ ਉਹੋ ਜਿਹੇ ਚਾਹੀਦੇ ਆ ਜਿਨ੍ਹਾਂ ਦਾ ਮਾਈਂਡ ਸੈਟ ਵੀ ਬਿਜ਼ਨਸ ਨੂੰ ਰਨ ਕਰਨ ਜੋਗਾ ਹੋਵੇ। ਇਹ ਜਿਹੜੇ ਆਪਣੇ ਐਨਡੀਪੀ ਦੇ ਜਿਹੜੇ ਜਿੰਨੇ ਵੀ ਆਪਾਂ ਬੰਦੇ ਕਹਿ ਲਈਏ, ਇਹ ਮੈਜੋਰਟੀ ਆਫ ਦੈਮ ਜਿਹੜੇ ਆ ਰਹੇ ਆਪਣੇ ਇੱਧਰੋਂ ਯੂਨੀਅਨਸ ਵਾਲੇ ਪਾਸਿਓਂ ਜਾਂ ਉੱਧਰੋਂ, ਇੱਕ ਮੈਂ ਯੂਨੀਅਨਸ ਦੇ ਅਗੇਂਸਟ ਨਹੀਂ ਹੈਗਾ, ਪਰ ਜਿਹੜੀ ਯੂਨੀਅਨਸ ਨੂੰ ਜਿਹੜੀ ਇਹਨਾਂ ਨੇ ਸਬਸਿਡੀ, ਇੱਕ ਜਿਹੜਾ ਇਹਨਾਂ ਦਾ ਪਲਾਨ ਹੈਗਾ, ਉਹ ਜਿਹੜਾ BC ਦੇ ਜਿਹੜੇ ਟੈਕਸ ਪੇਅਰਸ ਨੂੰ ਆ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਜਿਹੜਾ ਉਹ ਖਰਚਾ ਪੈ ਰਿਹਾ, ਇਫ ਨਾਟ ਬਿਲੀਅਨਸ। ਸਿਰਫ ਉਹੀ ਜੇ ਆਪਾਂ ਕੈਂਸਲ ਕਰਕੇ ਆਪਣੀ ਇਨਫਰਾਸਟ੍ਰਕਚਰ ਦੇ ਵਿੱਚ ਐਡ ਕਰੀਏ ਨਾ, ਤਾਂ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਉਹ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋ ਸਕਦੀਆਂ। ਸੋ ਇਹ ਆਪਣੇ ਜਿਹੜੇ ਵਿਊਅਰਸ ਲਈ ਥੋੜਾ ਜਿਹਾ ਕਲੀਅਰ ਕਰਿਓ, ਕਿਹੜੇ ਜਿਹੜੇ ਯੂਨੀਅਨਸ ਦੇ ਜਿਹੜੇ ਪੈਸੇ ਆ ਉਹ ਕਿਵੇਂ ਟੈਕਸ ਪੇਅਰ ਤੇ ਪੈ ਰਹੇ। ਸੋ ਯੂਨੀਅਨ ਦਾ ਇਹਨਾਂ ਨੇ ਇੱਕ ਬੈਨੀਫਿਟ ਪਲਾਨ ਸਟਾਰਟ ਕੀਤਾ ਹੋਇਆ ਹੈਗਾ ਐਨਡੀਪੀ ਗਵਰਨਮੈਂਟ ਨੇ, ਹਨਾ ਜੀ। ਉਹ ਜਿਹੜਾ ਉਹਦਾ ਉਹਨਾਂ ਨੂੰ ਬੈਨੀਫਿਟ ਪੇ ਕਰਦੇ ਹੈਗੇ ਆ, ਰਾਈਟ। ਅਸੀਂ ਐਬਸੋਲੂਟਲੀ ਅਗੇਨ ਆਮ ਸੇਇੰਗ, ਮੈਂ ਕਿਸੇ ਵੀ ਯੂਨੀਅਨ ਦੇ ਖਿਲਾਫ ਨਹੀਂ ਹੈਗਾ, ਪਰ ਜਿਹੜਾ ਉਹਨਾਂ ਨੂੰ ਬੈਨੀਫਿਟ ਤੁਸੀਂ ਪਲਾਨ ਦੇਣਾ, ਜਿਹੜਾ ਕਿ ਟੈਕਸ ਪੇਅਰਸ ਨੂੰ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਜਿਹੜਾ ਤੁਹਾਨੂੰ ਸਾਲਾਨਾ ਖਰਚਾ ਪੈ ਰਿਹਾ ਹੈਗਾ, ਉਹ ਅਸੀਂ ਡੈਫੀਨੇਟਲੀ ਉਹਨੂੰ ਸਕ੍ਰੈਪ ਕਰਕੇ ਸਾਡੀ BC ਲਿਬਰਲ ਗਵਰਨਮੈਂਟ ਦਾ ਜਿਹੜਾ ਇਹ ਪਲੇਟਫਾਰਮ ਹੈਗਾ, ਉਹ ਜਿਹੜੀ ਮਨੀ ਆ ਅਸੀਂ ਵਾਪਸ ਇਨਫਰਾਸਟ੍ਰਕਚਰ ਦੇ ਵਿੱਚ ਉਹਨੂੰ ਇਨਵੈਸਟ ਕਰਨੀ ਹੈਗੀ ਆ। ਵਾਪਸ ਜਿਹੜੇ ਆਮ ਆਪਣੇ ਇੱਥੇ ਦੇ ਵਸਨੀਕ ਹੈ, ਚਾਹੇ ਉਹ ਆਪਾਂ ਅਫੋਰਡੇਬਲ ਹਾਊਸਿੰਗ ਦੀ ਗੱਲ ਕਰੀਏ, ਚਾਹੇ ਉਹ ਗੈਂਗਸ ਔਰ ਵਾਇਲੈਂਸ ਦੀ ਗੱਲ ਕਰੀਏ, ਜਾਂ ਆਪਣੇ ਮੋਸਟ ਵਲਨਰੇਬਲ ਜਿਹੜੇ ਇੱਥੇ ਹੈਗੇ ਆ ਸਿਟੀਜ਼ਨਸ, ਉਹਨਾਂ ਦੀ ਗੱਲ ਕਰੀਏ, ਉਹਦੇ ਵਿੱਚ ਉਹ ਇਨਵੈਸਟਮੈਂਟ ਹੋਣੀ ਚਾਹੀਦੀ ਆ, ਨਾ ਕਿ ਜਿਹੜੀ ਯੂਨੀਅਨਸ ਦੇ ਜਿਹੜੇ ਟਾਪ ਬੌਸ ਹੈਗੇ ਉਹਨਾਂ ਦੀ ਜੇਬ ਵਿੱਚ ਜਿਹੜੇ। ਸੋ ਇਹ ਬੜਾ ਸਰਪ੍ਰਾਈਜ਼ਿੰਗ ਮੇਰੇ ਲਈ ਵੀ ਜਿਹੜਾ ਇਹ ਟੌਪਿਕ ਹੈ, ਕਿਉਂਕਿ ਹਾਲੇ ਤੱਕ ਜਿਹੜੀ ਵੀ ਡਿਬੇਟ ਹੋਈ ਹੈ ਜਾਂ ਕਨਵਰਸੇਸ਼ਨ ਹੋਈ ਹੈ, ਉਹਦੇ 'ਚ ਇਹ ਮੁੱਦਾ ਉੱਭਰ ਕੇ ਨਹੀਂ ਆਇਆ। ਮੇਰੇ ਹਿਸਾਬ ਨਾਲ ਲੈਕ ਆਫ ਨੌਲੇਜ ਕਹਿ ਲਓ ਜੀ, ਜੈਫ ਕੈਂਡੀਡੇਟ। ਹਾਂਜੀ, ਸੋ ਕੰਟੀਨਿਊ ਵਿਦ ICBC। ਸੋ ਤੁਹਾਡਾ ਕਹਿਣਾ ਆ ਕਿ ਇਹਦਾ ਕਿਸ ਤਰ੍ਹਾਂ ਆਮ ਪਬਲਿਕ ਨੂੰ ਉਹਦਾ ਕੀ ਫਾਇਦਾ ਹੋਊ? ਦੇਖੋ, ਜਿਹੜੇ ਆਪਣੇ ਇੱਥੋਂ ਦੇ, ਹੁਣ ਤੁਸੀਂ ਮੇਰੇ ਖਿਆਲ ਇੰਸ਼ੋਰੈਂਸ ਫੀਲਡ ਦੇ ਵਿੱਚ ਹੈਗੇ, ਯੂ ਵਿਲ ਨੋ ਮਚ ਬੈਟਰ ਦੈਨ ਮੀ। ਜਿਹੜਾ ਕੋਈ ਇੱਥੋਂ ਬੱਚਾ ਇੱਥੋਂ ਦਾ ਜੰਪਲ ਹੈਗਾ, ਆਪਣੀ 17 ਸਾਲ ਦੀ ਏਜ ਵਿੱਚ ਪਹੁੰਚਿਆ ਹੈਗਾ, ਹੁਣੇ ਯੂਨੀਵਰਸਿਟੀ ਦਾ ਲੋਨ ਵੀ ਲਿਆ ਉਹਨੇ ਬੱਚੇ ਨੇ, ਰਾਈਟ, ਆਪਣੀ ਹਾਇਰ ਐਜੂਕੇਸ਼ਨ ਦੇ ਲਈ। ਉਹ ਬੱਚਾ ਜਦੋਂ ਆਪਣੀ ਕੋਈ ਪਹਿਲੀ ਕਾਰ ਖਰੀਦਦਾ ਹੈਗਾ, ਤਾਂ ਉਹਦੀ ਜਿਹੜੀ ਇੰਸ਼ੋਰੈਂਸ ਪ੍ਰੀਮੀਅਮ ਉਹ 4 ਤੋਂ 5000 ਡਾਲਰ ਸਾਲ ਦਾ ਹੁੰਦਾ, ਚਾਹੇ ਉਹ ਪੇ ਕਰ ਰਿਹਾ, ਚਾਹੇ ਪੇਰੈਂਟਸ ਪੇ ਕਰ ਰਹੇ ਆ, ਵਨ ਔਰ ਦੀ ਅਦਰ, ਹੈ ਨਾ। ਅਸੀਂ BC ਲਿਬਰਲ ਗਵਰਨਮੈਂਟ ਨੇ ਕੀ ਅਨਾਉਂਸਮੈਂਟ ਕੀਤੀ ਹੈਗੀ ਆ ਵੀ ਅਸੀਂ ਉਹ ਬੱਚਿਆਂ ਲਈ ਪਹਿਲੇ 2 ਸਾਲਾਂ ਦਾ ਜਿਹੜਾ ਉਹ ਟੈਕਸ ਆਪਣਾ ਉਹਨਾਂ ਨੂੰ ਰਿਬੇਟ ਦੇਣਾ ਹੈਗਾ, ਜਿਹੜਾ ਕਿ ਆਪਾਂ ਨੂੰ ਐਜ਼ ਅ ਐਕਸਪੀਰੀਅੰਸ ਡਰਾਈਵਰ ਮਿਲਦਾ ਹੈਗਾ। ਸੋ ਮੇਰੇ ਖਿਆਲ 5% ਤੋਂ ਉਹ ਰਿਬੇਟ ਸਟਾਰਟ ਹੁੰਦਾ ਹੈਗਾ ਤੁਹਾਡੇ ਉਹਦੇ ਪ੍ਰੀਮੀਅਮ। ਸੋ ਉਹਨਾਂ ਨੂੰ 10% ਰਿਬੇਟ ਦਾ ਜਿਹੜਾ ਰਾਈਟ ਵੇ ਸਟਾਰਟ ਹੋ ਜਾਏਗਾ। ਤੇ ਜਿੱਦਾਂ ਹੀ ਉਹ ਆਪਣੇ ICBC ਦੀਆਂ ਸਾਰੀਆਂ ਰਿਕੁਆਇਰਮੈਂਟਸ ਕਲੀਅਰ ਕਰ ਲੈਂਦੇ ਆ, ਲਾਇਸੈਂਸ, ਡਰਾਈਵਿੰਗ ਲਾਇਸੈਂਸ ਲੈ ਲਿਆ, ਟੈਸਟ ਕਲੀਅਰ ਕਰ ਰਹੇ, ਤਾਂ ਉਹਨੂੰ ਜਿਹੜਾ 2 ਸਾਲ ਤੋਂ ਇਨਕਰੀਜ਼ ਕਰਕੇ 4 ਸਾਲ ਦਾ ਐਕਸਪੀਰੀਅੰਸ ਜਿਹੜਾ ਅਸੀਂ ਉਹਨੂੰ ਕਾਊਂਟ ਕਰਾਂਗੇ। ਤਾਂ ਰਾਈਟ ਵੇ ਜਿੱਦਾਂ ਹੀ ਉਹਨਾਂ ਨੇ ਇੰਸ਼ੋਰੈਂਸ ਕਰਾਈ ਕਾਰ ਦੀ, ਤਾਂ ਉਹਨਾਂ ਨੂੰ 20% ਜਿਹੜਾ ਡਿਸਕਾਊਂਟ ਤੋਂ ਅਸੀਂ ਸਟਾਰਟ ਕਰ ਰਹੇ ਹਾਂ, ਰਾਦਰ ਦੈਨ 0 ਡਿਸਕਾਊਂਟ। ਸੋ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਰੈਕਡ ਹੈਗਾ, ਹਾਂਜੀ, ਇਫ ਇਜ਼ ਅ ਬੈਡ ਡਰਾਈਵਰ ਐਂਡ ਯੂ ਨੋ ਆਪਣੇ ਸਾਰਿਆਂ ਨਾਲੋਂ ਜ਼ਿਆਦਾ ਜਿਹੜੇ ਐਕਸੀਡੈਂਟ ਹੈਗੇ ਉਹ ਯੰਗ ਪੀਪਲਾਂ ਦੇ ਵਿੱਚ ਹੈਗੇ ਆ, ਸੋ ਉਹਨੂੰ ਕਿਵੇਂ ਤੁਸੀਂ ਫੈਕਟਰ ਇਨ ਕਰੋਗੇ? ਕਿਉਂਕਿ ਯੂ ਡੋਂਟ ਵਾਂਟ ਟੂ ਪੁਨਿਸ਼ ਦ ਗੁੱਡ ਡਰਾਈਵਰਸ। ਨਹੀਂ, ਬਿਲਕੁਲ ਜੀ, ਹਾਂਜੀ। ਮਤਲਬ ਸਾਰੇ ਯੰਗ ਨਿਆਣੇ ਖਰਾਬ ਨਹੀਂ ਹੁੰਦੇ, ਉਹ 1-2% ਹੁੰਦੇ ਆ ਜੀ, ਉਹਦੇ ਲਈ ਸਾਰਿਆਂ ਨੂੰ ਪੈਨਲਾਈਜ਼ ਕਰਨਾ ਉਹ ਵੀ ਮੇਰੇ ਹਿਸਾਬ ਨਾਲ ਕੋਈ ਬਹੁਤੀ ਵਧੀਆ ਮੈਨੇਜਮੈਂਟ ਸਕਿੱਲਸ ਨਹੀਂ ਹੈਗੀ ਜੀ। ਤੇ ਉਹ ਤੁਹਾਡੇ ਪਲਾਨ ਦੇ ਵਿੱਚ ਤੁਸੀਂ ਫੈਕਟਰ ਇਨ ਕਰੋਗੇ ਕਿ ਗੁੱਡ ਡਰਾਈਵਰਸ, ਯੰਗ ਡਰਾਈਵਰਸ ਦੀ ਆਪਾਂ ਗੱਲ ਕਰਦੇ ਹਾਂ, they should be benefited but not all the young. Absolutely, that is in the plan ਵੀ ਜਿਹੜਾ ਡਿਸਕਾਊਂਟ ਹੈ ਉਦੋਂ ਹੀ ਵੈਲਿਡ ਹੈ ਜੇ ਤੁਹਾਡਾ ਕਲੀਨ ਡਰਾਈਵਿੰਗ ਰੈਕਡ ਰਹੇਗਾ ਤਾਂ। ਹੁਣ ਆਪਾਂ ਮੁੱਦੇ ਆਪਣੇ ਗੈਰੀ ਕਾਫੀ ਹੈਗੇ, ਕਈ ਆਪਣੀ ਕਮਿਊਨਿਟੀ ਰਿਲੇਟਡ ਹੈਗੇ ਆ, ਤੇ ਇਨ ਜਨਰਲ ਕਮਿਊਨਿਟੀ ਰਿਲੇਟਡ ਆਪਾਂ ਕਹਿ ਦੇਈਦਾ, ਪਰ ਵੀ ਆਰ ਪਾਰਟ ਆਫ ਕੈਨੇਡਾ ਐਂਡ ਪਾਰਟ ਆਫ ਦ ਬ੍ਰਿਟਿਸ਼ ਕੋਲੰਬੀਆ ਐਂਡ ਵੀ ਆਰ ਕੈਨੇਡੀਅਨਸ, ਹੈ ਨਾ। ਸੋ ਇਹ ਕਈ ਵਾਰੀ ਮੁੱਦੇ ਉੱਭਰ ਕੇ ਆਉਂਦੇ ਆ ਵੀ some certain group is isolated for one or other reason. ਬੈਂਕੁਏਟ ਹਾਲਸ ਦੀ ਗੱਲ ਆ, ਇਹ ਕਾਫੀ ਮੈਂ ਮੁੱਦਾ ਪਰਸਨਲੀ ਇਹ ਕਵਰ ਕੀਤਾ ਆ। ਸੋ ਉਹ ਕਹਿੰਦੇ ਵੀ ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ। ਬਿਲਕੁਲ ਜੀ, ਹਾਂਜੀ। ਜਿਹੜੀ ਵੀ ਇੰਡਸਟਰੀ ਹੈ ਲੈਵਲ ਪਲੇਇੰਗ ਫੀਲਡ, ਜੇ ਉਹ ਕਹਿੰਦੇ ਵੀ ਜੇ 5 ਸਟਾਰ ਹੋਟਲ ਦੇ ਬਾਲ ਰੂਮਸ 'ਚ ਤੁਸੀਂ ਪਾਰਟੀ ਕਰ ਸਕਦੇ ਆ, if we follow the same rules
ਵਾਈ ਨਾਟ ਬੈਂਕੁਏਟ ਹਾਲ ਕੈਨ ਡੂ ਦੈਟ? ਦੇਖੋ, ਪਹਿਲੀ ਗੱਲ ਤਾਂ ਜਿਹੜੇ ਆਪਣੇ ਡਾਕਟਰ ਬੌਨੀ ਹੈਨਰੀ ਹੈਗੇ ਆ, ਮੈਂ ਉਹਨਾਂ ਨਾਲ ਬਹੁਤ ਹੀ ਸਹਿਮਤ ਹੈਗਾ। ਜੋ ਵੀ ਉਹਨਾਂ ਨੇ ਡਿਸੀਜਨ ਬਣਾਏ, ਜਿੱਦਾਂ ਉਹਨਾਂ ਨੇ ਆਪਣੇ ਸੂਬੇ ਦਾ ਜਿਹੜਾ ਗ੍ਰਾਫ ਕੰਟਰੋਲ ਕਰਕੇ ਰੱਖਿਆ, ਉਹ ਬਹੁਤ ਹੀ ਵਧੀਆ ਉਹਨਾਂ ਨੇ ਕੰਮ ਕੀਤਾ। ਔਰ ਮੈਨੂੰ ਕਹਿੰਦੇ ਆ ਖੁਸ਼ੀ ਵੀ ਹੋ ਰਹੀ ਹੈ ਵੀ ਡਾਕਟਰ ਬੌਨੀ ਹੈਨਰੀ ਨੂੰ BC ਲਿਬਰਲ ਗਵਰਨਮੈਂਟ ਨੇ ਅਪਾਇੰਟ ਕੀਤਾ ਸੀ। ਸੋ ਜਦੋਂ ਉਹਨਾਂ ਦੇ ਸੀਨੀਅਰ ਰਿਟਾਇਰ ਹੋ ਗਏ, ਸ਼ੀ ਗਾਟ ਦੈਟ ਪੋਜੀਸ਼ਨ। ਔਰ BC ਲਿਬਰਲ ਗਵਰਨਮੈਂਟ ਵਿਲ ਲਵ ਟੂ ਵਰਕ ਵਿਦ ਡਾਕਟਰ ਬੌਨੀ ਹੈਨਰੀ। ਕਈਆਂ ਨੂੰ ਤੁਹਾਡੇ ਵਿਊਅਰਸ ਨੂੰ ਇਹ ਵੀ ਚਿੰਤਾ ਹੋਏਗੀ ਵੀ ਕਿਤੇ ਲਿਬਰਲਸ ਆ ਕੇ ਡਾਕਟਰ ਬੌਨੀ ਹੈਨਰੀ ਨੂੰ ਤਾਂ ਨਹੀਂ ਕਿਕ ਆਊਟ ਕਰ ਦੇਣਗੇ। ਸੋ ਲੈਟ ਮੀ ਮੇਕ ਦੈਟ very clear that we will be working with Dr. Bonnie Henry. She is doing excellent job. Yes. ਉਹਨਾਂ ਦੇ ਕਾਫੀ ਡਿਸੀਜਨ ਜਿਹੜੇ ਹੈਗੇ ਆ, ਉਹਨਾਂ ਦੇ ਵਿੱਚ ਸਰਕਾਰ ਦੀ ਇਨਵੋਲਵਮੈਂਟ ਰਹੀ ਆ ਵੀ ਜਿਹਨੂੰ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ, ਚਾਹੇ ਉਹ ਸਕੂਲਾਂ ਦੀ ਫੁੱਲ ਫਲੈਸ਼ਡ ਰੀਓਪਨਿੰਗ ਦੀ ਗੱਲ ਹੋਵੇ, ਚਾਹੇ ਉਹ ਸਨੈਪ ਇਲੈਕਸ਼ਨ ਦੀ ਗੱਲ। ਔਰ ਸਨੈਪ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਆਪਣੀ ਸਟੇਟਮੈਂਟ ਹੈਗੀ ਡਾਕਟਰ ਬੋਨੀ ਹੈਨਰੀ ਦੀ ਵੀ ਮੇਰੇ ਨਾਲ ਪ੍ਰੋਪਰਲੀ ਕੰਸਲਟ ਨਹੀਂ ਕੀਤਾ ਗਿਆ ਇਸ ਮਾਮਲੇ ਦੇ ਵਿੱਚ। ਕੰਸਲਟ ਨਹੀਂ ਕੀਤਾ ਗਿਆ, ਜਾਂ ਉਹਨਾਂ ਨੇ ਕਿਹਾ ਵੀ ਸ਼ੀ ਇਜ਼ ਅ ਮੈਡੀਕਲ ਪ੍ਰੋਫੈਸ਼ਨਲ, ਹਾਂਜੀ, ਐਂਡ ਵਾਟ ਸ਼ੀ ਇਜ਼ ਡੂਇੰਗ ਬੇਸਡ ਔਨ ਸਾਇੰਸ। ਹਾਂਜੀ, ਤੇ ਉਹਨਾਂ ਦਾ ਉਹ ਕਹਿੰਦੇ ਵੀ ਮੇਰਾ ਕੋਈ ਪੋਲੀਟੀਕਲ ਇਨਵੋਲਵਮੈਂਟ ਨਹੀਂਗਾ। ਸੋ ਦੈਟਸ ਵਾਟ ਸ਼ੀ ਇਜ਼ ਸੇਇੰਗ। I don't know how much. Well, there is some guidelines because I was on a health board. Absolutely. So provincial government ਦੀ ਜਿਹੜੀ guidelines ਹੈ ਉਹ ਤੁਸੀਂ ਭਾਵੇਂ professional ਹੈਗੇ ਆ। I was on a Crown Corporation PHSA, ਮੈਂ 6 ਸਾਲ ਉਹਦਾ board member ਰਿਹਾ। ਉਹ ਸਾਨੂੰ ਜਿਹੜੀਆਂ guidelines ਹੈ provincial government ਦੀਆਂ follow ਕਰਨੀਆਂ ਪੈਂਦੀਆਂ। And she is not different from anybody else. So ਉਹਨਾਂ ਨੂੰ ਜਿਹੜੀ guidelines ਉਹਨਾਂ ਨੂੰ follow ਕਰਨੀਆਂ ਪਈਆਂ ਹੋਣੀਆਂ। ਹਾਂਜੀ, ਹਾਂਜੀ, ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ। ਪਰ ਇੱਦਾਂ ਵੀ ਜਿਹੜਾ ਗੌਰਮੈਂਟ ਨੂੰ ਮੈਡੀਕਲ ਜਿਹੜਾ ਪ੍ਰੋਫੈਸ਼ਨ ਹੈ, ਇੱਕ ਬਹੁਤ ਹੀ ਇਹ ਮਾਨਯੋਗ ਪ੍ਰੋਫੈਸ਼ਨ ਹੈਗਾ। ਔਰ ਉਹਦੇ ਜਿਹੜੇ ਡਾਕਟਰ ਬੋਨੀ ਹੈਨਰੀ ਦੇ ਡਿਸੀਜਨ ਹੈ, ਉਹ ਮੇਰੇ ਖਿਆਲ ਬਹੁਤ ਵਧੀਆ ਡਿਸੀਜਨ ਹੈ। ਪਰ ਕਿਤੇ ਨਾ ਕਿਤੇ ਆ ਕੇ ਜਦੋਂ ਆਪਾਂ ਆਪਣੇ ਬੈਂਕਟ ਹਾਲਸ ਦੀ ਗੱਲ ਕਰਦੇ ਹਾਂ, ਉੱਥੇ ਮੈਨੂੰ ਲੱਗਦਾ ਵੀ ਇਹ ਥੋੜੀ ਬਹੁਤੀ ਡਿਸਕ੍ਰਿਮੀਨੇਸ਼ਨ ਜ਼ਰੂਰ ਹੋਈ ਹੈਗੀ ਆ। ਗਾਈਡਲਾਈਨਸ ਉਹ ਸੈੱਟ ਕਰੋ। ਗਾਈਡਲਾਈਨਸ ਜੇ ਤੁਹਾਨੂੰ ਲੱਗਦਾ ਵੀ ਜਿਹੜੇ ਆਪਣੇ 5 ਸਟਾਰ ਹੋਟਲਸ ਮੋਟਲਸ ਉਹ ਫੋਲੋ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਵੀ ਤਾਂ ਗਾਈਡਲਾਈਨਸ ਫੋਲੋ ਕਰ ਸਕਦੇ। ਜੇ ਤੁਸੀਂ ਇਹ ਕਹਿਣਾ ਵੀ ਇੱਥੇ ਤਾਂ ਇਹ ਸ਼ਰਾਬਾਂ ਪੀ ਕੇ ਨੱਚਦੇ ਆ, ਇਹਨਾਂ ਨੇ ਗਾਈਡਲਾਈਨਸ ਨਹੀਂ ਫੋਲੋ ਕਰਨੀਆਂ, ਸੋਸ਼ਲ ਡਿਸਟੈਂਸਿੰਗ ਨਹੀਂ ਫੋਲੋ ਕਰਨੀਆਂ, ਦੈਟ ਇਜ਼ ਡਿਸਕ੍ਰਿਮੀਨੇਸ਼ਨ ਮੇਰੇ ਹਿਸਾਬ ਨਾਲ। ਸੋ ਤੁਸੀਂ ਜਦੋਂ ਵੀ ਲੈਵਲ ਪਲੇਨ ਫੀਲਡ ਹੋਣੀ ਚਾਹੀਦੀ ਆ। ਜੇ ਤੁਸੀਂ ਇੱਕ ਗਰੁੱਪ ਨੂੰ ਇੱਕ ਧੜੇ ਦੀ ਗੱਲ ਕਰ ਰਹੇ ਹੋ ਤਾਂ ਦੂਜੇ ਨੂੰ ਵੀ ਓਨਾ ਹੀ ਮੌਕਾ ਦਿਓ, ਹੈ ਨਾ, ਵੀ ਉਹਨਾਂ ਦੀ ਵੀ ਗੱਲ ਸੁਣੀ ਜਾਵੇ। ਇੱਥੇ ਜਿਹੜਾ ਆਪਣੇ ਹੁਣ ਹਿਸਟੋਰੀਕਲੀ ਤੇ NDP ਦਾ ਰੈਕਡ ਹੀ, ਸਪੈਸ਼ਲੀ ਜਿਹੜੇ ਆਪਾਂ ਸਰੀ ਦੇ ਜਿਹੜੇ ਆਪਣੇ MLA ਮਿਨਿਸਟਰਾਂ ਦੀ ਗੱਲ ਕਰੀਏ, ਆਪਾਂ ਇੱਥੋਂ 2-3 ਆਪਣੇ ਮਿਨਿਸਟਰ ਵੀ ਬਣ ਕੇ ਗਏ ਹੋਏ ਆ, ਪਰ ਉਹਨਾਂ ਨੇ ਨਾ ਤਾਂ ਕਿਸੇ ਧੜੇ ਨਾਲ ਬੈਠ ਕੇ ਉਹਨਾਂ ਦੀ ਪ੍ਰੋਪਰਲੀ ਗੱਲਬਾਤ ਸੁਣੀ ਆ, ਨਾ ਹੀ ਕਿਸੇ ਧੜੇ ਦੀ ਹੈਲਪ ਕਰਨ ਦੀ ਦਿਲੋਂ ਕੋਸ਼ਿਸ਼ ਕੀਤੀ ਆ। ਔਰ ਮੈਂ ਹਮੇਸ਼ਾ ਡੇ 1 ਤੋਂ ਇਹੀ ਕਹਿੰਦਾ ਆ ਰਿਹਾ, ਜੇ ਮੈਂ MLA ਬਣ ਕੇ ਸਰੀ ਫਲੀਟਵੁੱਡ ਤੋਂ ਤੁਹਾਨੂੰ ਰਿਪਰੈਜ਼ੈਂਟ ਕਰਨ ਜਾਣਾ ਹੈਗਾ ਵਿਕਟੋਰੀਆ ਦੇ ਵਿੱਚ, ਮੇਰੀ ਹਰ ਬੰਦੇ ਨੂੰ ਇਹ ਵਾਅਦਾ ਹੈਗਾ ਵੀ ਫਸਟ ਆਫ ਆਲ ਆਲ ਬੀ ਫੁੱਲੀ ਐਕਸੈਸਿਬਲ। ਸੈਕੰਡਲੀ, ਮੈਂ ਹਰੇਕ ਬੰਦੇ ਦੀ ਜਿਹੜੀ ਗੱਲ ਸੁਣੂਗਾ ਔਰ ਉਹਨੂੰ ਦਿਲੋਂ ਕੋਸ਼ਿਸ਼ ਕਰੂੰਗਾ ਉਹਦੀ ਸਮੱਸਿਆ ਨੂੰ ਹੱਲ ਕਰਨ ਦੀ। ਤੁਸੀਂ ਹਰੇਕ ਬੰਦੇ ਦੀ ਸਮੱਸਿਆ ਹੱਲ ਨਹੀਂ ਕਰ ਸਕਦੇ। ਲੈਟਸ ਫੇਸ ਦੈਟ। Oh, that's very clear. ਪਰ ਜੇ ਤੁਸੀਂ ਵਿਦ ਯੂਰ ਫੁੱਲ ਹਾਰਟ ਤੁਸੀਂ ਟਰਾਈ ਕੀਤੀ ਹੈ ਉਹਦੀ ਸਮੱਸਿਆ ਨੂੰ ਹੱਲ ਕਰਨ ਦੀ, ਦੈਟਸ ਵਾਟ ਆਈ ਐਮ ਕਮਿਟਿੰਗ ਟੂ ਮਾਈ ਕੰਸਟੀਟੂਐਂਟਸ, ਸਪੈਸ਼ਲੀ ਇਨ ਸਰੀ ਫਲੀਟਵੁੱਡ। ਸੋ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ, ਕਿਉਂਕਿ ਜਦੋਂ ਮੇਰੀ ਉਹਨਾਂ ਨਾਲ ਕਨਵਰਸੇਸ਼ਨ ਹੋਈ ਬੈਂਕਟ ਹਾਲ ਸਨ, ਵੀ ਹੈਡ ਅ ਵੈਰੀ ਸਪੈਸ਼ਲ ਐਡੀਸ਼ਨ ਔਨ ਦੈਟ ਵਿਦ ਦਾ ਕਵਰੇਜ। ਐਂਡ ਜਿਵੇਂ ਤੁਸੀਂ ਡਿਸਕ੍ਰਿਮੀਨੇਸ਼ਨ ਦਾ ਕਿਹਾ ਆ, ਜਾਂ ਰੇਸਿਜ਼ਮ ਦੀ ਵੀ ਸਮੈਲ ਆਉਂਦੀ ਉਹਦੇ ਚੋਂ। ਸੋ ਉਹ ਜਿਹੜੇ ਮੁੱਦੇ ਉੱਭਰ ਕੇ ਆਏ, ਉਹਨਾਂ ਦੀ ਗੱਲਬਾਤ ਹੋਈ। ਤੇ ਜਿਹੜੇ ਨੁਮਾਇੰਦੇ ਇੱਥੇ ਇਲੈਕਟਡ ਨੁਮਾਇੰਦੇ ਆ, ਉਹਨਾਂ ਨੇ ਉਹਨਾਂ ਨੂੰ ਕੋਈ ਪ੍ਰੋਪਰ ਟਾਈਮ ਨਹੀਂ ਦਿੱਤਾ, ਕੋਈ ਪ੍ਰੋਪਰ ਰਿਸਪੌਂਸ ਨਹੀਂ ਦਿੱਤਾ। ਸੋ ਇਹ ਜਿਹੜੀ ਗੱਲ ਹੈਗੀ ਹੈ, ਐਂਡ ਉਹਨਾਂ ਨੇ ਵੈਰੀ ਕਲੀਅਰਲੀ ਆਪਦੇ ਪ੍ਰੋਗਰਾਮ ਤੇ ਉਹਨਾਂ ਨੇ ਕਿਹਾ, ਜਿਹੜੇ ਬੈਂਕਟ ਹਾਲ ਦੇ ਓਨਰਸ ਹੈ, ਵੀ ਇਹ ਜਿਹੜੇ MLA ਹੈ, ਐਂਡ ਦੈਟ ਮੈਸੇਜ ਟੂ ਯੂ ਐਂਡ ਯੂ ਕੈਨ ਰਿਸਪੌਂਡ, ਵੀ ਇਹ ਜਿਹੜੀਆਂ ਜੌਬਾਂ ਹੈਗੀਆਂ MLA ਜਾਂ ਟਰਸਟੀ ਜਾਂ ਕੌਂਸਲਰ ਜਾਂ ਮੈਂਬਰ ਆਫ ਪਾਰਲੀਮੈਂਟ, ਇਹ ਫੋਟੋਆਂ ਖਿਚਾਉਣ ਲਈ ਨਹੀਂ। ਉਹਨਾਂ ਨੇ ਵੈਰੀ ਕਲੀਅਰਲੀ ਕਿਹਾ ਫੰਕਸ਼ਨਾਂ ਤੇ ਆਈ ਐਪਰੀਸ਼ੀਏਟ, ਫੰਕਸ਼ਨਾਂ ਤੇ ਜਾਣਾ, ਤੁਸੀਂ ਆਪਦਾ ਟਾਈਮ ਭੰਨ ਕੇ ਜਾਂਦੇ ਆ, ਕੋਈ ਇੱਜ਼ਤ ਸਤਿਕਾਰ ਨਾਲ ਤੁਹਾਨੂੰ ਸੱਦ ਆਇਆ, ਤੁਸੀਂ ਜਾਂਦੇ, ਦੈਟਸ ਵੈਰੀ ਨਾਈਸ, ਕਿਉਂਕਿ ਉੱਥੇ ਜਾਂਦੇ ਫਿਰ ਉੱਥੇ ਲੋਕਾਂ ਦੀ ਆਵਾਜ਼ ਵੀ ਸੁਣਦੇ ਆ। ਪਰ ਦੈਟਸ ਨਾਟ ਦਾ ਓਨਲੀ ਜੌਬ, ਹੈ ਨਾ ਜੀ। ਸੋ ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਵੀ ਇਲੈਕਟਡ ਅਫੀਸ਼ੀਅਲ ਬਣ ਕੇ, ਜਿਵੇਂ ਕਿ ਬੈਂਕਟ ਹਾਲ ਨੇ ਬੜਾ ਕਲੀਅਰਲੀ ਐਂਡ ਵੈਰੀ ਇੰਟਰਸਟਿੰਗ, ਬਿਕਾਜ਼ ਉਦੋਂ ਥੋੜ੍ਹੇ ਜਿਹੇ ਫਰਸਟ੍ਰੇਟਿਵ ਵੀ ਸੀ, ਥੋੜ੍ਹੇ ਗੱਲ ਬੰਦਾ ਜ਼ਿਆਦਾ ਵੀ ਕਹਿ ਦਿੰਦਾ ਵੀ ਇਹ ਫੋਟੋਆਂ ਖੜਾਉਣ ਨੂੰ, ਤਾੜੀਆਂ ਮਾਰਨ ਨੂੰ, ਮੋਹਰੇ ਆ ਕੇ ਬਹਿਣ ਨੂੰ, ਰਿਕੋਗਨੀਸ਼ਨ ਕਰਨ ਨੂੰ ਤਾਂ ਤਿਆਰ ਹੋ ਜਾਂਦੇ ਆ,
ਪਰ when they come to a position and what they supposed to do, ਹਾਂਜੀ ਉਹ ਕਹਿੰਦੇ ਸਾਨੂੰ ਲੱਭਦੇ ਹੀ ਨਹੀਂ। ਦੇਖੋ ਸਿੱਧੂ ਸਾਹਿਬ, ਮੇਰਾ ਜਿਹੜਾ ਟਰੈਕ ਰੈਕਡ ਹੈਗਾ ਬੀਇੰਗ ਅ ਸਰੀ ਸਕੂਲ ਬੋਰਡ ਟਰਸਟੀ, ਮੈਂ ਜਦੋਂ ਪਹਿਲਾਂ 2014 ਦੇ ਵਿੱਚ ਜਦੋਂ ਇਲੈਕਟ ਹੋਇਆ, ਮੈਂ ਉਦੋਂ ਸਿਰਫ 2 ਪ੍ਰੋਮਿਸਿਸ ਕੀਤੇ ਸੀਗੇ। One is that I will promote ਪੰਜਾਬੀ ਮੇਰੀ ਮਾਂ ਬੋਲੀ ਹੈ, ਮੈਂ ਉਹਦੀ ਸੇਵਾ ਕਰਨੀ ਹੈ। ਤਾਂ ਮੈਂ ਉਹਨਾਂ ਨੂੰ ਕਿਹਾ ਸੀਗਾ I will be a strong advocate when I go to the Surrey school board, ਹੈ ਨਾ। ਔਰ ਮੈਨੂੰ ਉਹ ਕਹਿੰਦੇ ਮਾਣ ਹੁੰਦਾ ਆਪਣੇ ਆਪ ਤੇ। ਜਦੋਂ ਮੈਂ ਸਕੂਲ ਬੋਰਡ 2014 ਵਿੱਚ ਪਹਿਲੀ ਵਾਰੀ ਗਿਆ ਤਾਂ ਸਾਡੇ ਉੱਥੇ ਸਿਰਫ ਤੇ ਸਿਰਫ 9 ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਸੀਗੀ, ਐਲੀਮੈਂਟਰੀ ਤੇ ਸੈਕੰਡਰੀ ਮਿਲਾ ਕੇ। ਹੁਣ ਅੱਜ ਦੀ ਤਰੀਕ ਦੇ ਵਿੱਚ 6 ਸਾਲਾਂ ਬਾਅਦ ਸਰੀ ਦੇ ਵਿੱਚ 16 ਤੋਂ 17 ਸਕੂਲਾਂ ਦੇ ਵਿੱਚ ਜਿਹੜੀ ਪੰਜਾਬੀ ਪੜ੍ਹਾਈ ਜਾ ਰਹੀ ਹੈ, ਠੀਕ ਹੈ ਜੀ। ਸੋ ਆਈ ਸਟੂਡ ਫਰਮ ਔਨ ਦੈਟ। ਬਾਕੀ ਜੇ ਆਪਾਂ ਐਜ਼ ਅ ਗਰੁੱਪ, ਕੰਬਾਈਨਡ ਗਰੁੱਪ ਦੀ ਗੱਲ ਕਰੀਏ, ਸਾਡੀਆਂ ਬਹੁਤ ਸਾਰੀਆਂ ਅਚੀਵਮੈਂਟ ਹੈ, ਪਰ ਉਹਦੇ 'ਚ ਮੈਂ ਇਕੱਲਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ, ਕਿਉਂਕਿ ਉਹਦੇ ਵਿੱਚ ਸਾਰੇ ਗਰੁੱਪ ਦੀ ਇਨਵੋਲਵਮੈਂਟ ਹੁੰਦੀ ਹੈ। ਚਾਹੇ ਉਹ ਬੈਲੈਂਸਡ ਬਜਟ ਦੀ ਗੱਲ ਕਰੀਏ, ਪਿਛਲੇ 6 ਸਾਲਾਂ ਤੋਂ ਅਸੀਂ ਬਜਟ ਬੈਲੈਂਸ ਕਰ ਰਹੇ ਹਾਂ। ਚਾਹੇ ਅਸੀਂ ਸਟੂਡੈਂਟ ਸਕਸੈਸ ਰੇਟ ਦੀ ਗੱਲ ਕਰੀਏ, ਵੀ ਸਾਡਾ ਜਿਹੜਾ ਸਟੂਡੈਂਟ ਸਕਸੈਸ ਰੇਟ ਆ ਸਰੀ ਦਾ, ਉਹ ਪੂਰੇ BC ਦੀ ਜਿਹੜੀ ਐਵਰੇਜ ਆ ਉਹਦੇ ਨੂੰ ਹਾਈ ਆ। ਸੋ 98 ਪੁਆਇੰਟ ਸਮਥਿੰਗ % ਜਿਹੜਾ ਮੇਰੇ ਕੋਲ ਲੇਟੈਸਟ ਨੰਬਰ ਨਹੀਂ ਹੈਗੇ, ਪਰ 98% ਤੋਂ ਉੱਤੇ ਜਿਹੜਾ ਸਾਡਾ ਸਟੂਡੈਂਟ ਸਕਸੈਸ ਰੇਟ ਹੈਗਾ। ਸਾਡਾ ਇੰਡੀਜੀਨੀਅਸ ਸਟੂਡੈਂਟ ਜਿਹੜੇ ਉਹਨਾਂ ਦਾ ਸਟੂਡੈਂਟ ਸਕਸੈਸ ਰੇਟ ਸੂਬੇ ਦੀ ਐਵਰੇਜ ਨਾਲ ਬਹੁਤ ਹੀ ਜ਼ਿਆਦਾ ਉੱਤੇ ਆ, ਔਰ BC ਦੇ ਵਿੱਚ ਨੰਬਰ 1 ਦੇ ਉੱਤੇ ਹੈਗਾ। ਸਾਡੀਆਂ ਜਿਹੜੀਆਂ ਇਹ ਅਚੀਵਮੈਂਟਸ ਕੁਛ ਹੈਗੀਆਂ, ਜਿਹੜਾ ਕੈਪੀਟਲ ਪ੍ਰੋਜੈਕਟ ਆਫਿਸ ਜਿਹੜਾ ਸਰੀ ਦੇ ਵਿੱਚ ਅਸੀਂ ਬਣਾਇਆ, ਸਿਰਫ ਤੇ ਸਿਰਫ ਸਰੀ ਕੋਲੇ ਉਹ ਕੈਪੀਟਲ ਪ੍ਰੋਜੈਕਟ ਆਫਿਸ ਹੈਗਾ, ਹੋਰ ਕਿਸੇ ਸਕੂਲ ਡਿਸਟ੍ਰਿਕਟ ਵਿੱਚ ਸੂਬੇ ਦੇ ਵਿੱਚ ਨਹੀਂ ਹੈਗਾ। ਜਿਹੜਾ ਬੈਕ ਟੂ ਸਕੂਲ ਬਲੈਂਡਡ ਪ੍ਰੋਗਰਾਮ ਪੇਸ਼ ਕੀਤਾ, ਉਹ ਵੀ ਸਰੀ ਵਾਸ ਦਾ ਫਸਟ ਸਕੂਲ ਡਿਸਟ੍ਰਿਕਟ, ਔਰ ਉਹਦੇ ਵਿੱਚ ਸਾਡੇ ਜਿਹੜੇ ਸੁਪਰੀਡੈਂਟੈਂਟ ਡਾਕਟਰ ਜੋਰਡਨ ਟੀਨੀ, ਉਹਨਾਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ, ਸਾਡੇ ਸਾਰੇ ਅਸਿਸਟੈਂਟ ਸੁਪਰੀਡੈਂਟੈਂਟ, ਸਾਡੀ ਸੀਨੀਅਰ ਮੈਨੇਜਮੈਂਟ, ਸਾਰਿਆਂ ਨੇ ਬਹੁਤ ਹੀ ਜ਼ਿਆਦਾ ਜਿਹੜੀ ਉਹਦੇ ਤੇ ਮਿਹਨਤ ਮੁਸ਼ੱਕਤ ਕੀਤੀ, ਕਿਉਂਕਿ ਇਹ ਬੜਾ ਔਖਾ ਸੀਗਾ। 74,000 ਸਟੂਡੈਂਟਸ ਦਾ ਤੁਸੀਂ ਜਿਹੜਾ ਡੇਲੀ ਦਾ ਪਲਾਨ ਬਣਾਉਣਾ, ਵੀ ਇੰਨੇ ਸਕੂਲ ਕਲਾਸ ਵਿੱਚ ਜਾ ਰਹੇ, ਇੰਨੇ ਘਰ ਵਿੱਚ ਬੈਠ ਕੇ ਪੜ੍ਹਾਈ ਕਰ ਰਹੇ ਆ, ਇਟਸ ਨਾਟ ਈਜ਼ੀ ਟਾਸਕ ਟੂ ਡੂ ਫॉर ਅ ਸਕੂਲ ਸਾਈਜ਼ ਲਾਈਕ ਸਰੀ ਵਿਦ 130 ਸਮ ਸਕੂਲਸ ਇਨ ਸਰੀ। ਤੇ ਉਹਦੇ ਕਰਕੇ ਮੈਂ ਇਹ ਕਹਿ ਰਿਹਾ ਵੀ ਜਿਹੜਾ ਸਾਡਾ ਸਰੀ ਸਕੂਲ ਬੋਰਡ ਦੀ ਜੇ ਆਪਾਂ ਗੱਲ ਕਰੀਏ, ਅੱਛਾ ਜੇ ਆਪਾਂ ਪੋਰਟੇਬਲਸ ਦੇ ਉੱਤੇ ਹੁਣ ਆਈਏ ਸਰੀ ਦੇ ਵਿੱਚ, ਕਿਉਂਕਿ ਹੁਣ ਜੇ ਗੱਲ ਚੱਲ ਹੀ ਪਈ ਸਕੂਲਸ ਦੀ, ਸੋ ਪੋਰਟੇਬਲਸ ਦੈਟ ਵਾਸ ਮਾਈ ਨੈਕਸਟ ਕੁਐਸਚਨ ਐਨੀਵੇਜ਼। ਸੋ ਉਹ ਪੋਰਟੇਬਲਸ ਬਾਰੇ ਦੇਖੋ, ਕਿਉਂਕਿ ਜਿਹੜੇ NDP ਦੇ MLAs ਹੈ ਉਹ ਡਿਫਰੈਂਟ ਪਿਕਚਰ ਦਿਖਾ ਰਹੇ ਹੈ, ਤੇ ਤੁਸੀਂ ਜਿਹੜੀ ਪਿਕਚਰ ਹੈ ਬਿਕਾਜ਼ ਯੂ ਆਰ ਟਰਸਟੀ, ਸੋ ਯੂ ਵਿਲ ਟੈਲ ਦ ਫੈਕਟਸ ਵੀ ਕੀ ਚੱਲ ਰਿਹਾ। ਬਿਲਕੁਲ ਜੀ, ਬਿਲਕੁਲ। ਜਦੋਂ ਸਰੀ ਦੇ ਵਿੱਚ ਇਹਨਾਂ ਨੇ ਪਿਛਲੀ ਵਾਰੀ, ਔਰ ਮੈਂ ਐਕਚੁਅਲੀ ਪੋਰਟੇਬਲਸ ਤੋਂ ਪਹਿਲਾਂ ਇੱਕ ਗੱਲ ਹੋਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਔਰ ਇਹ ਰਿਕੁਐਸਟ ਕਰਨੀ ਚਾਹੁੰਦਾ, ਤੁਸੀਂ ਡਿਮਾਂਡ ਕਰੋ ਇਸ ਬਾਰੇ ਜ਼ਰੂਰ ਵਿਕਟੋਰੀਆ ਤੱਕ, ਤੁਹਾਡੇ ਇਲੈਕਟਿਡ ਅਫੀਸ਼ੀਅਲਸ ਤੱਕ। ਜਦੋਂ ਵੀ ਕੋਈ ਵੀ ਪੋਲੀਟੀਸ਼ੀਅਨ ਹੈਗਾ ਕਿਸੇ ਵੀ ਪਲੇਟਫਾਰਮ ਦੇ ਉੱਤੇ ਹੱਥ ਖੜਾ ਹੋ ਕੇ ਕੋਈ ਅਨਾਉਂਸਮੈਂਟ ਕਰਦਾ ਹੈ ਵੀ ਮੈਂ ਸਰੀ ਦੇ ਵਿੱਚ ਆਹ ਕਰੂੰਗਾ ਜਾਂ ਮੈਂ BC ਦੇ ਵਿੱਚ ਆਹ ਕਰੂੰਗਾ, ਉਹ ਜਿਹੜੀ ਉਹਦੀ ਕਮਿਟਮੈਂਟ ਆ ਦੈਟ ਸ਼ੁੱਡ ਬੀ ਰਿਕਾਰਡਡ ਐਂਡ ਇਟ ਸ਼ੁੱਡ ਬੀ ਕਾਊਂਟਡ ਫॉर। ਪਰ ਹੁਣ ਤਾਂ ਜੇ ਆਪਾਂ ਦੇਖੀਏ ਨਾ, ਹੁਣ ਤੁਸੀਂ ਗੱਲਾਂ ਕਰ ਰਹੇ ਹਾਂ, ਇਟ ਆਲਵੇਜ਼ ਸਟੇ ਔਨ ਰੈਕਡ। ਐਬਸੋਲੂਟਲੀ। ਸੋਸ਼ਲ ਮੀਡੀਆ ਦੇ ਵਿੱਚ ਉਹਦੇ ਮੈਂ ਬਾਰੇ ਗੱਲ ਕਰੂੰਗਾ ਕਿ ਥੋੜੇ ਜਿਹੜੇ ਵਿਰੋਧੀ ਕੈਂਡੀਡੇਟ ਖੜੇ ਹੋਏ ਆ NDP ਦੇ ਜਗਰੂਪ ਬਰਾੜ, ਉਹ ਆਪਾਂ ਗੱਲਾਂ ਬਾਅਦ ਚ ਕਰਾਂਗੇ, ਆਹ ਟੌਪਿਕ ਫਿਨਿਸ਼ ਕਰਨ ਤੋਂ ਬਾਅਦ। ਅੱਜ ਕੱਲ ਐਵਰੀਥਿੰਗ, ਤੁਸੀਂ ਪੰਜਾਬੀ ਮੀਡੀਆ, ਚਾਈਨੀਜ਼ ਮੀਡੀਆ, ਐਨੀ ਮੀਡੀਆ, ਇਟ ਕੈਨ ਬੀ ਟਰਾਂਸਲੇਟਡ in a second, and it stays on the record। ਉਹਦੀ ਆਪਾਂ ਪਰਖ ਕੇ ਉਹਨੇ, ਯੂ ਆਰ ਵੈਰੀ ਰਾਈਟ, ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ। ਜੋ ਵੀ ਤੁਸੀਂ ਵਾਅਦਾ ਕਰਕੇ ਜਾ ਰਹੇ ਹੋ ਕਿਸੇ ਵੀ ਪਲੇਟਫਾਰਮ ਦੇ ਉੱਤੇ, ਕੱਲ ਨੂੰ ਲੋਕੀ ਤੁਹਾਨੂੰ ਆ ਕੇ ਪੁੱਛਣ ਵੀ ਤੁਸੀਂ ਆਹ ਪੂਰਾ ਕਿਉਂ ਨਹੀਂ ਕੀਤਾ, ਉਹਦੀ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਆ। ਸਰੀ ਦੇ ਵਿੱਚ ਹਰੇਕ NDP ਜਿਹੜਾ ਕੈਂਡੀਡੇਟ ਹੈਗਾ 2017 ਦੇ ਵਿੱਚ, along with their leader Mr. Andrew Wilkinson, ਇਹਨਾਂ ਨੇ ਹਰੇਕ ਪਲੇਟਫਾਰਮ ਤੇ ਜਾ ਕੇ ਹੱਥ ਖੜਾ ਕਰਕੇ ਇਹ ਆਖਿਆ ਸੀਗਾ ਵੀ ਅਸੀਂ ਸਰੀ ਦੇ ਵਿੱਚੋਂ ਅਗਲੇ 2 ਸਾਲਾਂ ਦੇ ਵਿੱਚ ਪੋਰਟੇਬਲ ਜਿਹੜੇ 50% ਘਟਾ ਦਿਆਂਗੇ, ਆਉਂਦੇ 4 ਸਾਲਾਂ ਦੇ ਵਿੱਚ ਅਸੀਂ ਸਾਰੇ ਪੋਰਟੇਬਲ ਸਰੀ ਦੇ ਵਿੱਚ ਖਤਮ ਕਰ ਦਿਆਂਗੇ। ਤੁਸੀਂ ਆਪਦੀਆਂ ਪੁਰਾਣੀਆਂ ਰਿਕਾਰਡਿੰਗ ਕੱਢ ਕੇ ਦੇਖ ਲਿਓ, ਤੁਹਾਡੇ ਕੋਲੇ ਵੀ ਹੋਊਗਾ ਇਹ ਫੈਕਟ। ਇਹ ਆ ਸਨ 2017 ਦੇ ਵਿੱਚ ਸਰੀ ਦੇ ਵਿੱਚ 271 ਪੋਰਟੇਬਲ ਸੀਗੇ, ਅੱਜ ਉਹ ਗਿਣਤੀ ਵੱਧ ਕੇ 95 ਪੋਰਟੇਬਲਸ ਉਹਦੇ ਵਿੱਚ ਹੋਰ ਐਡ ਹੋ ਗਏ ਆ। 3.5 ਸਾਲ ਇਸ ਸਰਕਾਰ ਨੂੰ ਬਣੀ ਨੂੰ ਹੋ ਗਏ, ਉਹ ਪੋਰਟੇਬਲਸ 95 ਉਹਦੇ ਵਿੱਚ ਹੋਰ ਐਡ ਹੋਏ ਆ। forget about getting rid of 50%, forget about getting rid of all the portables in Surrey। ਤਾਂ ਤੁਹਾਡਾ ਜਿਹੜਾ ਵਾਅਦਾ ਕਿੱਥੇ ਗਿਆ?
ਸੋ ਜੇ ਤੁਸੀਂ ਜਿਹੜੀ ਉਹ ਡਿਮਾਂਡ ਸੀਗੀ ਸਾਡੀ ਉਸ ਵੇਲੇ, ਉਹ ਡਿਮਾਂਡ ਸੀਗੀ ਤਕਰੀਬਨ $1 ਬਿਲੀਅਨ ਦੀ 5 ਈਅਰ ਕੈਪੀਟਲ ਪਲਾਨ ਦੇ ਵਿੱਚ। ਤੁਹਾਡੇ ਕੋਲੇ $2.8 ਬਿਲੀਅਨ ਸਰਪਲਸ ਪਿਆ ਸੀਗਾ, ਤੁਸੀਂ ਉਹਦੇ ਵਿੱਚੋਂ $1 ਬਿਲੀਅਨ ਉਦੋਂ ਹੀ ਕੱਢ ਕੇ ਸਰੀ ਸਕੂਲ ਬੋਰਡ ਨੂੰ ਕਿਉਂ ਨਹੀਂ ਦਿੱਤਾ? ਕੈਪੀਟਲ ਪ੍ਰੋਜੈਕਟ ਆਫਿਸ ਦੇ ਵਿੱਚ ਰੱਖੋ। ਜਿੱਦਾਂ ਹੀ ਤੁਹਾਡਾ ਇਹ ਇੱਕ ਸਕੂਲ ਬਣਦਾ, ਅਗਲਾ ਤੁਸੀਂ ਪ੍ਰੋਜੈਕਟ ਸਟਾਰਟ ਕਰੋ, ਦੂਜਾ ਬਣਦਾ, ਜਾਂ 3 ਜਾਂ 4 ਪ੍ਰੋਜੈਕਟ ਇਕੱਠੇ ਸਟਾਰਟ ਕਰੋ। ਤਾਂ ਉਹ ਜਿਹੜੀ ਇਨਵੈਸਟਮੈਂਟ ਹੈ ਉਹ ਸਰੀ ਲਈ ਇੱਕ ਬਹੁਤ ਹੀ ਜ਼ਰੂਰੀ ਔਰ ਲੋੜੀਂਦੀ ਇਨਵੈਸਟਮੈਂਟ ਸੀਗੀ, ਜਿਹੜੀ ਕਿ ਇਹਨਾਂ ਨੇ ਆਪਣਾ ਜਿਹੜਾ ਵਾਅਦਾ ਉਹਨੂੰ ਪੂਰਾ ਨਹੀਂ ਕੀਤਾ। ਮੇਰਾ ਵਾਅਦਾ ਇਹ ਹੈਗਾ, ਮੈਂ ਇਹ ਨਹੀਂ ਕਹਿੰਦਾ ਵੀ ਸਰੀ ਦੇ ਵਿੱਚੋਂ 4 ਸਾਲਾਂ ਸਾਰੇ ਪੋਰਟੇਬਲ ਖਤਮ ਕਰ ਦੂੰਗਾ। ਮੇਰਾ ਵਾਅਦਾ ਇਹ ਆ, ਸਰੀ ਨੂੰ ਜੋ ਲੋੜੀਂਦਾ ਰਿਸੋਰਸਿਸ ਚਾਹੀਦੇ ਆ, ਮੈਂ ਉਹਦੇ ਲਈ ਇੱਕ ਸਟਰੋਂਗ ਵਾਇਸ ਬਣ ਕੇ ਤੁਹਾਡੀ ਪਾਰਲੀਮੈਂਟ ਵਿੱਚ ਜਾਊਂਗਾ। ਸਿਰਫ ਉੱਥੇ ਟੇਬਲ ਖੜਕਾ ਕੇ ਆਉਣਾ ਜਾਂ ਤਾੜੀ ਮਾਰ ਕੇ ਆਉਣਾ, ਇਹ ਗੈਰੀ ਥਿੰਦ ਦੀ ਫਿਤਰਤ ਵਿੱਚ ਨਹੀਂ ਹੈਗਾ, ਨਾ ਹੀ ਮੈਂ ਇਹ ਕੰਮ ਕਰਨਾ ਜੀ। ਬਹੁਤ ਦੈਟਸ ਗੁੱਡ ਟੂ ਨੋ। ਇਹ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਸਹੀ ਨੁਮਾਇੰਦੇ ਜਿਹੜੇ ਚੁਣ ਕੇ ਭੇਜਣੇ, ਉਹ ਆਪਣੇ ਲਈ ਬਹੁਤ ਜ਼ਰੂਰੀ ਹੈ। ਸੋ ਇਹਦੇ ਨਾਲ ਇਹ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ, ਕਿਉਂਕਿ ਤੁਹਾਡੇ ਕੋਲ ਫੈਕਟਸ ਹੈਗੇ ਤੇ ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਐਬਸੋਲੂਟਲੀ ਇਟਸ ਐਂਡ ਵੈਨ ਵੀ ਗੋ ਔਨ ਅ ਰੈਕਰਡ, ਜਿਵੇਂ ਤੁਸੀਂ ਕਿਹਾ ਆ, ਇਹਦੀ ਫਿਰ ਅਕਾਊਂਟੇਬਿਲਟੀ ਬਣ ਜਾਂਦੀ ਹੈ। ਇਹਨੂੰ ਐਨਡੀਪੀ ਵੀ ਡਿਨਾਈ ਨਹੀਂ ਕਰ ਸਕਦੀ। ਹੁਣ ਆਪਾਂ ਟੈਕਸੀ ਇੰਡਸਟਰੀ ਤੇ ਆਈ। ਆਪਣੀ ਕਮਿਊਨਿਟੀ heavily involved in these industries. Absolutely. Excuse me. ਸੋ ਇਹਦੇ ਵਿੱਚ ਆਪਣੇ ਇਹਨਾਂ ਦੀ ਮੀਟਿੰਗ ਹੋਈ ਹੈ ਟੈਕਸੀ ਇੰਡਸਟਰੀ ਦੀ ਵਿਦ ਯੂਰ ਲੀਡਰ ਐਂਡਰੂ ਵਿਲਕਨਸਨ। ਸੋ ਇਹਨਾਂ ਦੀਆਂ ਸੇਮ ਮੀਟਿੰਗਸ ਆਪਣੇ, ਕਿਉਂਕਿ ਮੈਨੂੰ ਇਹ ਇੰਡਸਟਰੀ ਬਾਰੇ ਕਾਫੀ ਨੌਲੇਜ ਹੈ, ਕਿਉਂਕਿ ਮੇਰੇ ਫਰੈਂਡਸ ਇਨਵੋਲਵ ਹੈ ਇਹਦੇ ਵਿੱਚ। ਇਹਨਾਂ ਦੀ ਮੀਟਿੰਗ ਸਾਰੇ ਜਿਹੜੇ ਜਗਰੂਪ ਬਰਾੜ, ਹੈਰੀ ਬੇਨਸ, ਰਵੀ ਕਾਲੋਂ, ਇਹਨਾਂ ਸਾਰਿਆਂ ਨਾਲ ਮੀਟਿੰਗਸ ਹੋਈਆਂ। and some of the, and your opponent gone on a record and promised something, and that's on a record. ਹਾਂਜੀ. And they just backed off the promise 100%. ਤੇ ਜਦੋਂ ਇਹ Uber ਤੇ Lyft ਆਈ, ਉਹ ਤੋਂ ਬਾਅਦ according to the taxi industry, ਇਹਨਾਂ ਨੇ ਫੋਨ ਚੱਕਣੇ ਬੰਦ ਕਰ ਦਿੱਤੇ। ਬਿਲਕੁਲ ਜੀ। So now I want to know, I know it's a very, very ਸੈਂਸਿਟਿਵ ਇਸ਼ੂ। ਹਾਂਜੀ, ਨਹੀਂ ਮੈਂ ਇਹਦੇ ਤੇ ਬੋਲਣ ਨੂੰ ਤਿਆਰ ਹਾਂ ਜੀ। ਹਾਂਜੀ। ਸੋ ਉਹਦਾ ਰੀਜ਼ਨ ਇਹ ਹੈ, ਕੋਵਿਡ ਕਰਕੇ ਤਾਂ ਜਿਹੜੀ ਇੰਡਸਟਰੀ ਹੈ ਨਾ, ਕਮ ਟੂ ਅ ਸਟੈਂਡ ਸਟਿਲ, ਬਹੁਤ ਔਖਾ, ਕਿਉਂਕਿ ਇੰਟਰਨੈਸ਼ਨਲ ਫਲਾਈਟਸ ਨਹੀਂ ਆ ਰਹੀਆਂ, ਜਿਹੜੀਆਂ ਟੈਕਸੀਜ਼ ਹੈ, ਫਿਰ ਕੋਵਿਡ ਕਰਕੇ ਸੈਨੀਟਾਈਜੇਸ਼ਨ, ਆਲ ਦੋਜ਼ ਕਾਈਂਡ ਆਫ ਥਿੰਗਸ, ਪਲੱਸ ਜਿਹੜੇ ਸੀਨੀਅਰ ਡਰਾਈਵਰਸ ਹੈ, ਦੇ ਆਰ ਅਫਰੇਡ ਆਫ ਡਰਾਈਵਿੰਗ ਫੁੱਲ ਟਾਈਮ। ਸੋ ਨੰਬਰ ਆਫ ਇਸ਼ੂਜ਼, ਪਲੱਸ ਦਾ ਜਿਹੜੀ ਪਲੇਟਸ ਦੀ ਪ੍ਰਾਈਸ ਸੀ, nobody is a buyer now. ਬਿਲਕੁਲ ਜੀ, ਬਿਲਕੁਲ। ਆਪਣੇ ਤੁਹਾਨੂੰ ਪਤਾ ਹੀ ਹੈ, ਵੈਨਕੂਵਰ $1 ਮਿਲੀਅਨ ਤੱਕ ਚਲੀ ਗਈ ਸੀ। ਹਾਂਜੀ, ਬਿਲਕੁਲ। ਤੇ ਲੋਕਾਂ ਨੇ ਆਪਦੇ ਘਰ ਰੀਮੋਰਗੇਜ ਕਰਕੇ ਉਹ ਪਲੇਟਸ ਬਾਏ ਕੀਤੀਆਂ ਸੀਗੀਆਂ। ਹਾਂਜੀ, ਹਾਂਜੀ। ਐਂਡ ਸਮ ਆਫ them ਸਿਟਿੰਗ ਔਨ ਅ ਰਿਟਾਇਰਮੈਂਟ। ਬਿਲਕੁਲ ਜੀ, ਬਿਲਕੁਲ। ਸੋ ਉਸ ਦੇ ਬਾਰੇ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ, ਜੇ ਹਲੇ ਤੱਕ ਕੋਈ ਸਟੈਂਡ ਬਣਿਆ? ਹਾਂਜੀ, ਬਿਲਕੁਲ ਜੀ। ਮੈਂ ਤੁਹਾਨੂੰ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦਾ। ਜਿਵੇਂ ਤੁਸੀਂ ਆਖਿਆ ਵੀ ਪਿਛਲੀ ਵਾਰੀ 2017 ਦੇ ਵਿੱਚ ਇਹਨਾਂ ਸਾਰਿਆਂ ਨੇ ਹੱਥ ਖੜੇ ਕਰਕੇ ਕਿਹਾ ਸੀ ਵੀ ਅਸੀਂ ਇੱਥੇ Uber ਨਹੀਂ ਆਉਣ ਦੇਵਾਂਗੇ। That was one of their election platform, ਜਿਹਦੇ ਕਰਕੇ ਕਿ ਖਾਸ ਕਰਕੇ ਜਿਹੜੀਆਂ 1-2 ਸਾਡੀਆਂ ਰਾਈਡਿੰਗਸ ਆ ਸਰੀ ਦੀਆਂ, ਉਹ ਜਿੱਤੇ ਹੀ ਐਸ ਕਰਕੇ ਸੀਗੇ ਵੀ ਇੱਕ ਤਾਂ ਉਹ ਕਹਿੰਦੇ ਸੀ ਵੀ ਅਸੀਂ Uber ਨਹੀਂ ਆਉਣ ਦਿਆਂਗੇ, ਦੂਜਾ ਸੀਗਾ ਵੀ ਅਸੀਂ ਸਰੀ ਦੇ ਵਿੱਚੋਂ ਸਾਰੇ ਪੋਰਟੇਬਲਸ ਖਤਮ ਕਰ ਦਿਆਂਗੇ। ਇਹ ਦੋ ਜਿਹੜੇ ਬਹੁਤ ਸੈਂਸਿਟਿਵ ਇਸ਼ੂ ਸੀ। ਤੀਜਾ ਹਸਪੀਟਲ ਸੀਗਾ, ਔਰ ਤਿੰਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਪੂਰਾ ਨਹੀਂ ਹੋਇਆ ਹੈਗਾ। Uber ਜਿਹੜੀ ਸੀਗੀ, ਉਹ 3 ਵੀਕਾਂ ਬਾਅਦ ਜਿੱਦਾਂ ਹੀ ਇਹ ਗਵਰਨਮੈਂਟ ਪਾਵਰ 'ਚ ਆਈ, Uber ਜਿਹੜੀ ਆ ਗਈ, ਹੈ ਨਾ। ਸਾਡੀ ਜਿਹੜੇ ਮਿਸਟਰ ਐਂਡਰੂ ਵਿਲਕਨਸਨ ਹੈਗੇ ਆ, ਸਾਡੀ ਇੱਥੇ ਟੈਕਸੀ ਇੰਡਸਟਰੀ, ਉਹਨਾਂ ਨਾਲ ਮੀਟਿੰਗ ਹੋਈ ਆ ਪਿਛਲੇ ਕੁਝ ਕੁ ਦਿਨ ਪਹਿਲਾਂ। ਉਹਦੇ ਵਿੱਚ ਅਸੀਂ ਉਹਨਾਂ ਦੇ ਜਿੰਨੇ ਵੀ ਕੰਸਰਨਸ ਹੈਗੇ ਆ ਸਾਰਿਆਂ ਨੂੰ ਸੁਣਿਆ, ਉਹਨਾਂ ਨੂੰ ਨੋਟ ਕੀਤਾ, ਔਰ ਉਹਨਾਂ ਲਈ ਅਸੀਂ ਇੱਕ ਬਹੁਤ ਹੀ ਸੋਲਿਡ ਜਿਹੜਾ ਪਲੇਟਫਾਰਮ ਬਣਾ ਰਹੇ ਹੈਗੇ ਆ, ਵਿਚ ਵਿਲ ਕਮ ਆਊਟ ਬਿਫੋਰ ਦੀ ਇਲੈਕਸ਼ਨਸ। ਇਹ ਵੀ ਨਹੀਂ ਗਾ ਵੀ ਅਸੀਂ ਇਲੈਕਸ਼ਨਸ ਤੋਂ ਬਾਅਦ ਉਹਨਾਂ ਨੂੰ ਕੋਈ ਵਾਅਦਾ ਕਰਨਾ ਵੀ ਅਸੀਂ ਇਹ ਕਰਾਂਗੇ। ਉਹਦੇ ਵਿੱਚ ਚਾਹੇ ਉਹਨਾਂ ਦੇ ਟੈਕਸੀ ਇੰਡਸਟਰੀ ਨਾਲ ਜੋ ਵੀ ਰਿਲੇਟਿਡ ਇਸ਼ੂ ਸੀਗੇ, ਚਾਹੇ ਉਹਨਾਂ ਦੀ ਇੰਸ਼ੋਰੈਂਸ ਪ੍ਰੀਮੀਅਮਸ ਦੀ ਗੱਲ ਕਰੀਏ, ਜਿਹੜੀਆਂ ਆਲਮੋਸਟ 60% ਜਿਹੜੀਆਂ ਟੈਕਸੀਆਂ ਹੈਗੀਆਂ ਅੱਜ ਦੀ ਤਰੀਕ ਦੇ ਵਿੱਚ ਲੋਕੀ ਉਹਨਾਂ ਦੀਆਂ ਪੇਮੈਂਟਾਂ ਦੇਈ ਜਾਂਦੇ ਆ, ਸਾਰੀਆਂ ਟੈਕਸੀਆਂ ਪੇਡ ਆਫ ਨਹੀਂ ਹੈਗੀਆਂ। ਉਹ ਖੜੀਆਂ ਉੱਥੇ ਯਾਰਡਾਂ ਦੇ ਵਿੱਚ ਕਿ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ, ਕਿ ਐਨਡੀਪੀ ਉਹਨਾਂ ਦੇ ਬਾਹ ਫੜੀ ਉਹਨਾਂ ਨੇ। ਠੀਕ ਹੈ, ਤੁਸੀਂ Uber ਆ ਗਈ ਹੈ, ਫੋਰਗੇਟ ਅਬਾਊਟ ਇਟ। Uber ਆ ਗਈ, Uber ਨੂੰ ਕੋਈ ਨਹੀਂ ਰੋਕ ਸਕਦਾ ਸੀਗਾ। BC ਲਿਬਰਲਸ ਨੂੰ ਵੀ ਪਤਾ ਸੀਗਾ, ਤਾਂ ਹੀ ਕਰਕੇ ਉਹਨਾਂ ਨੇ ਵਾਅਦਾ ਨਹੀਂ ਕੀਤਾ। ਪਰ Uber ਤਾਂ ਆ ਗਈ, ਅੰਡਰਸਟੂਡ। ਪਰ ਬਾਕੀ ਟੈਕਸੀ ਇੰਡਸਟਰੀ ਨੂੰ ਕੋਈ ਤੁਸੀਂ ਟੂਲਸ ਤਾਂ ਪ੍ਰੋਵਾਈਡ ਕਰੋ, ਕੋਈ ਉਹਨਾਂ ਦੇ ਜਿਹੜੀਆਂ ਬਾਕੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਹੱਲ ਤਾਂ ਕਰੋ। ਜੇ ਟਰੈਵਲਰਸ ਬਾਹਰੋਂ ਨਹੀਂ ਆ ਸਕਦੇ ਤਾਂ ਉਹਨਾਂ ਨੂੰ
ਖੜੀਆਂ ਟੈਕਸੀਆਂ ਤੇ ਜਿਹੜੇ ਖਰਚੇ ਪੈ ਰਹੇ ਆ ਉਹਨਾਂ ਨੂੰ ਤੁਸੀਂ ਕਿੱਦਾਂ ਕੰਪਨਸੇਟ ਕਰ ਰਹੇ ਹੋ। ਸੋ ਐਦਾਂ ਦੇ ਜਿਹੜੇ ਪਲਾਨ ਉਹ ਡਿਵੈਲਪ ਕਰਨੇ ਚਾਹੀਦੇ ਸੀ ਐਨਡੀਪੀ ਨੂੰ, ਜਿਹੜੀ ਕਿ ਟੋਟਲੀ ਫੇਲ ਹੋਈ ਆ। ਔਰ ਜਿਹੜਾ ਸਾਡਾ ਟੈਕਸੀ ਵਾਲਾ ਭਾਈਚਾਰਾ ਉਹ ਬਹੁਤ ਹੀ ਜ਼ਿਆਦਾ ਇਹਨਾਂ ਨਾਲ ਨਾਰਾਜ਼ ਹੈਗੇ ਆ, ਤੇ ਮੈਨੂੰ ਲੱਗਦਾ ਨਹੀਂ ਵੀ ਇਹ ਵੇਲੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਉਹ ਇਹਨਾਂ ਦਾ ਕੋਈ ਵੀ ਸਮਰਥਨ ਕਰਨਗੇ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਕਿਹਾ, ਕਿਉਂਕਿ ਜਿਹੜੇ ਪਾਰਟੀ ਪਲੇਟਫਾਰਮ ਹੁੰਦੇ ਆ, ਹੁਣ ਜਿਹੜੇ ਵੋਟਰਸ ਹੈ ਉਹਨਾਂ ਨੂੰ ਕੋਲੇ ਮੌਕਾ ਹੈਗਾ ਹਾਂਜੀ, ਤਾਂ ਕਿ ਉਹ ਆਪਦੇ ਵਿਚਾਰ ਦੋਨੇ ਪਾਰਟੀਆਂ ਨੂੰ ਦੱਸਣ, ਤਿੰਨੇ ਪਾਰਟੀਆਂ ਨੂੰ। ਐਂਡ ਜਿਹੜੀਆਂ ਮੇਜਰ ਪਾਰਟੀਆਂ ਐਨਡੀਪੀ ਐਂਡ ਲਿਬਰਲਸ, ਐਂਡ ਦੈਨ ਲਾਈਕ ਯੂ ਸੈਡ, ਪੁੱਟ ਔਨ ਅ ਰੈਕਡ like this one, ਬਿਲਕੁਲ ਜੀ, and then make them accountable. ਸੋ ਆਪਣੇ ਕੋਲ ਲਾਸਟ 2-3 ਮਿੰਟ ਰਹਿ ਗਏ ਗੈਰੀ, ਬਹੁਤ ਸੋਹਣੀ ਆਪਣੀ ਕਨਵਰਸੇਸ਼ਨ ਹੋਈ ਹੈ, ਤੇ ਥੈਂਕ ਯੂ once again for coming on my show and very clearly telling people ਵੀ ਤੁਸੀਂ ਕੀ ਸੋਚਦੇ ਆ ਤੇ ਤੁਹਾਡੀ ਪਾਰਟੀ ਕੀ ਸੋਚਦੇ ਆ ਤੇ ਤੁਹਾਡੇ ਆਖਰੀ ਖਿਆਲ। ਮੈਂ ਇੱਕ ਬਹੁਤ ਹੀ ਕੁਇਕਲੀ ਇੱਕ ਆਪਣਾ ਵਿਸ਼ਾ ਰਹਿ ਗਿਆ ਜੀ, ਜਿਹੜਾ ਸੀਨੀਅਰਸ ਦੀ ਏਡ ਦਾ ਹੈਗਾ, ਉਹਦੇ ਮੈਂ ਬਹੁਤ ਕੁਇਕਲੀ ਤੁਹਾਨੂੰ ਦੱਸਣਾ ਚਾਹਨਾ ਵੀ ਜਿੰਨੇ ਆਪਣੇ ਸੀਨੀਅਰਸ ਹੈਗੇ ਆ, ਜਿਹੜੇ ਆਪਣੀ ਕਮਿਊਨਿਟੀ ਖਾਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਉਹਦੀ ਬੈਨੀਫਿਟ ਹੋਣ ਵਾਲਾ, ਕਈ ਤੁਹਾਡੇ ਦਰਸ਼ਕਾਂ ਨੂੰ ਪਤਾ ਨਹੀਂ ਹੋਏਗਾ। ਜਿਹੜੇ ਸੀਨੀਅਰਸ ਦੀ ਆਪਾਂ ਕੇਅਰ ਘਰੇ ਬੈਠ ਕੇ ਉਹਨਾਂ ਦੀ ਕੇਅਰ ਹੋਮ ਫੈਸਿਲਿਟੀ ਤੋਂ ਭੇਜਣ ਬਿਨਾ ਕਰ ਸਕਦੇ ਆ, ਉਹ ਸੀਨੀਅਰਸ ਨੂੰ $7,000 ਤੱਕ ਜਿਹੜਾ ਟੈਕਸ ਰਿਬੇਟ BC ਲਿਬਰਲ ਗਵਰਨਮੈਂਟ ਨੇ ਦੇਣਾ। ਐਨਡੀਪੀ ਦੇ ਕੋਈ ਪਲੇਟਫਾਰਮ ਦੇ ਵਿੱਚ ਐਦਾਂ ਦੀ ਚੀਜ਼ ਨਹੀਂ ਹੈਗੀ ਜਿਹਦੇ ਚ ਬਾਰੇ ਉਹ ਸੀਨੀਅਰਸ ਦੇ ਗੱਲ ਕਰੇ। ਜਿਹੜੀ ਸਾਡੀ $8 ਬਿਲੀਅਨ ਦੀ ਇਨਫਰਾਸਟ੍ਰਕਚਰ ਦੀ ਪਲਾਨ ਹੈਗੀ, ਉਹਦੇ ਵਿੱਚ $1.2 ਬਿਲੀਅਨ ਜਿਹੜਾ ਅਸੀਂ ਉਹ ਸਪੈਂਡ ਕਰਨਾ ਹੈਗਾ, ਜਿਹੜੇ ਆਪਣੇ ਸੀਨੀਅਰ ਹੋਮ ਹੈ ਉਹਨਾਂ ਨੂੰ ਇਨਹੈਂਸ ਕਰਨ ਨੂੰ, ਰੂਮਸ ਜਿਹੜੇ ਪ੍ਰਾਈਵੇਟਾਈਜ਼ ਕਰਨ ਨੂੰ, ਵੀ ਪ੍ਰਾਈਵੇਟ ਰੂਮ ਹੋਣ। ਕੱਲ ਨੂੰ ਰੱਬ ਨਾ ਕਰੇ ਜੇ COVID-19 ਵਰਗੀ ਦੁਬਾਰਾ ਜਿਹੜੀ ਇਹ ਬਿਮਾਰੀ ਆਂਦੀ ਹੈ ਤਾਂ ਸਾਡੇ ਜਿਹੜੇ ਸੀਨੀਅਰਸ ਹੈ ਉਹਨਾਂ ਦੀ ਜਾਨ ਤੇ ਉਹਨਾਂ ਦੀ ਸਿਹਤ ਦੀ ਉਹ ਆਪਾਂ ਉਹਨਾਂ ਦੀ ਰੱਖਿਆ ਕਰ ਸਕੀਏ। ਸੋ ਇਹ ਬਹੁਤ ਸੋਹਣਾ ਉਪਰਾਲਾ ਹੈ, ਬਿਕਾਜ਼ ਲੌਂਗ ਟਰਮ ਕੇਅਰਸ ਦੇ ਵਿੱਚ ਆਲ ਓਵਰ ਕੈਨੇਡਾ ਐਂਡ ਵਰਲਡ ਵਾਈਡ ਸਾਰਿਆਂ ਨਾਲ ਮੈਕਸਿਮਮ ਡੈਥਸ ਜਿਹੜੀਆਂ ਉੱਥੇ ਹੋਈਆਂ, ਐਂਡ ਦੈਟਸ ਪੀਪਲ ਆਰ ਕਾਲਿੰਗ ਦੈਟ ਆਪਾਂ ਵੱਡੇ ਹੋਏ, ਆਪਣੇ ਬੱਚੇ ਪਾਲੇ, ਤੇ ਜਦੋਂ ਉਸ ਸਟੇਜ ਤੇ ਜਾ ਕੇ ਦੈਟ ਵਾਸ ਦ ਮੋਸਟ ਫੋਰਗੋਟਨ ਗਰੁੱਪ ਆਫ ਪੀਪਲ, ਸੀਨੀਅਰਸ। ਸੋ ਇਹ ਤੁਹਾਡਾ ਬੜਾ ਸੋਹਣਾ ਉਪਰਾਲਾ ਆ, ਇਹਦੇ ਬਾਰੇ ਵੀ ਕੋਈ ਜ਼ਿਆਦਾ ਗੱਲ ਕਰ ਸਕਦੇ ਜੀ ਆਪਾਂ, ਫਿਰ ਕਰ ਸਕਦੇ ਆ। ਹੁਣ ਅੱਜ ਤਾਂ ਸਿਰਫ ਐਟ ਦੀ ਐਂਡ ਆ ਨਾ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ, ਤੁਸੀਂ ਜਿਹੜੇ ਮੇਰੇ ਵਿਰੋਧੀ ਧਿਰ ਦੇ ਜਿਹੜੇ MLA ਸਾਹਿਬ ਹੈਗੇ, ਉਹਨਾਂ ਨੂੰ 4 ਮੌਕੇ ਦਿੱਤੇ ਆ, ਇੱਕ ਮੌਕਾ ਤੁਸੀਂ ਮੈਨੂੰ ਦੇ ਕੇ ਦੇਖੋ, ਕਿਉਂਕਿ ਮੇਰਾ ਇਹਦੇ ਵਿੱਚ ਕੋਈ ਨਿੱਜੀ ਸਵਾਰਥ ਨਹੀਂ ਹੈਗਾ। ਮੈਨੂੰ ਜੌਬ ਨਹੀਂ ਚਾਹੀਦੀ MLA ਦੀ, ਮੈਂ ਜਿਹੜਾ ਐਜ਼ ਅ ਰੀਅਲ estate ਏਜੰਟ ਆਮ ਡੂਇੰਗ ਗੁੱਡ, ਮੈਂ ਸਿਰਫ ਤੇ ਸਿਰਫ ਕਮਿਊਨਿਟੀ ਦੀ ਸੇਵਾ ਕਰਨੀ ਚਾਹੁੰਦਾ। ਉਸੇ ਲਈ ਹੀ ਸਕੂਲ ਬੋਰਡ ਤੋਂ ਸਟੈਪ ਅਪ ਕਰਕੇ ਮੈਂ ਜਿਹੜਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਜਾਣਾ ਚਾਹੁੰਦਾ। ਸੋ ਮੇਰਾ ਨਾਮ ਗੈਰੀ ਥਿੰਦ ਹੈ ਜੀ, ਸਰੀ ਫਲੀਟਵੁੱਡ ਤੋਂ BC ਲਿਬਰਲ ਪਾਰਟੀ ਦਾ ਮੈਂ ਉਮੀਦਵਾਰ ਹਾਂ। ਆਈ ਐਮ ਨਾਟ ਜਸਟ ਦੀ ਟਾਕਰ, ਆਈ ਐਮ ਦੀ ਡੂਅਰ, ਸੋ ਪਲੀਜ਼ ਡੂ ਵੋਟ ਫॉर ਮੀ। ਜਿਹੜੀ ਐਡਵਾਂਸ ਪੋਲਿੰਗ ਹੈ ਉਹ 15 ਤਰੀਕ ਤੋਂ ਸਟਾਰਟ ਹੋ ਰਹੀ, 15 ਤੋਂ 21 ਤੱਕ ਐਡਵਾਂਸ ਪੋਲਿੰਗ ਹੈ, ਤੇ 24 ਅਕਤੂਬਰ ਨੂੰ ਜਿਹੜੀਆਂ ਮੇਨ ਪੋਲਿੰਗ ਹੈਗੀ ਆ। ਪਲੀਜ਼ ਆਈ ਨੀਡ ਯੂਰ ਹੈਲਪ। 604-218-9000 ਮੇਰਾ ਫੋਨ ਨੰਬਰ ਹੈ, 604-218-9000। ਕਿਸੇ ਨੂੰ ਮੈਂ ਅਜੇ ਨਹੀਂ ਅਪਰੋਚ ਕਰ ਪਾਇਆ ਤਾਂ ਤੁਸੀਂ ਪਲੀਜ਼ ਮੈਨੂੰ ਕਾਲ ਕਰੋ। ਮੇਰੀ ਪਾਰਟੀ ਦੇ ਵਿੱਚ ਐਜ਼ ਅ ਵੋਲੰਟੀਅਰ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ, ਤੁਹਾਨੂੰ ਲੌਨ ਸਾਈਨ ਚਾਹੀਦਾ ਜਾਂ 4x4 ਸਾਈਨ ਚਾਹੀਦਾ, ਜੇ ਤੁਹਾਡਾ ਬਿਜ਼ੀ ਸਟਰੀਟ ਤੇ ਕਿਤੇ ਘਰ ਹੈਗਾ, ਵਿਜ਼ਿਬਿਲਿਟੀ ਹੈਗੀ, ਪਲੀਜ਼ ਸਾਡੇ ਕੈਂਪੇਨ ਆਫਿਸ ਆਓ। 8459 160th ਸਟਰੀਟ, 84 ਤੇ 160 ਤੇ ਹੈਗਾ, ਤੇ ਮੈਨੂੰ ਤੁਹਾਡੀ ਸਾਰਿਆਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ। ਸਿੱਧੂ ਸਾਹਿਬ, ਤੁਹਾਡਾ, ਸਾਂਝੇ TV ਦਾ ਬਹੁਤ ਬਹੁਤ ਧੰਨਵਾਦ, ਮੈਨੇਜਮੈਂਟ ਦਾ, ਸਾਰਿਆਂ ਦਾ, ਜਿਹੜਾ ਤੁਸੀਂ ਮੈਨੂੰ ਸਮਾਂ ਦਿੱਤਾ ਜੀ। ਥੈਂਕ ਯੂ ਵੈਰੀ ਮੱਚ। ਐਂਡ ਇਹ ਸਨ ਗੈਰੀ ਥਿੰਦ, ਜਿਹੜੇ ਕਿ ਸਰੀ ਫਲੀਟਵੁੱਡ ਤੋਂ MLA ਦੇ ਕੈਂਡੀਡੇਟ ਹੈ BC ਲਿਬਰਲ ਪਾਰਟੀ ਲਈ। ਬੜੇ ਸੋਹਣੇ ਤਰੀਕੇ ਨਾਲ, ਬੜੇ ਕਲੀਅਰ ਇਹਨਾਂ ਨੇ ਆਪਦੇ ਪਾਰਟੀ ਦਾ ਪਲੇਟਫਾਰਮ ਦੱਸਿਆ ਆ। ਤੁਸੀਂ ਇਹਨਾਂ ਨੂੰ ਕੁਐਸਚਨ ਕਰੋ, ਇਹਨਾਂ ਨੇ ਆਪਦਾ ਫੋਨ ਨੰਬਰ ਦਿੱਤਾ ਆ, ਇਹਨਾਂ ਦੇ ਕੰਪੇਨ ਆਫਿਸ। ਇਹ ਟਾਈਮ ਹੈ ਕੈਂਡੀਡੇਟਸ ਨੂੰ ਅਕਾਊਂਟੇਬਲ ਬਣਾਉਣਾ, ਭਾਵੇਂ ਉਹ NDP ਦਾ ਹੋਵੇ, BC ਲਿਬਰਲ ਜਾਂ ਗ੍ਰੀਨ ਦਾ, ਜਿਹਨੂੰ ਵੀ ਤੁਸੀਂ ਸਪੋਰਟ ਕਰ ਰਹੇ ਆ, ਉਹਨਾਂ ਨੂੰ ਤੁਸੀਂ ਕੁਐਸਚਨ ਕਰੋ। ਜਿਹੜੇ ਪਲੇਟਫਾਰਮ, ਜਿਹੜੇ ਆਪਣੇ ਕਮਿਊਨਿਟੀ ਦੇ ਇਸ਼ੂ ਹੈ, ਜਿਹੜੇ ਕੈਨੇਡੀਅਨਸ ਦੇ ਆਮ ਇਸ਼ੂਜ਼ ਹੈ, ਉਹਦੇ ਬਾਰੇ ਗੱਲ ਕਰੋ, ਤੇ ਉਹਦੇ ਬੇਸ ਤੇ ਤੁਸੀਂ ਡਿਸੀਜਨ ਬਣਾਓ, ਤਾਂ ਕਿ ਜਿਹੜੀ ਆਪਾਂ ਸਰਕਾਰ ਬਣੀਏ ਉਹ ਅਕਾਊਂਟੇਬਲ ਤੇ ਕਮਿਊਨਿਟੀ ਦੀ ਸਰਵਿਸ ਕਰਨ ਵਾਲੀ ਗੌਰਮੈਂਟ ਹੋਵੇ। ਇੱਥੋਂ ਹੀ ਤੁਹਾਡੇ ਤੋਂ ਖਿਮਾ ਲੈਣਾ, ਧੰਨਵਾਦ। ਇਸੇ ਹੀ ਤਰ੍ਹਾਂ
CJ ਸਿੱਧੂ ਦਾ ਸ਼ੋਅ ਤੁਸੀਂ ਐਵਰੀ ਥਰਸਡੇ 7 ਤੋਂ 8 ਵਜੇ ਤੱਕ ਦੇਖਦੇ ਰਿਹਾ ਕਰੋ। ਸਾਡੇ ਫੋਨ ਨੰਬਰਸ ਤੇ ਸਾਡੀ ਜਿਹੜੀ ਈਮੇਲਸ ਚੱਲ ਰਹੀਆਂ, ਆਪਦੀ ਫੀਡਬੈਕ ਜ਼ਰੂਰ ਦਿਆ ਕਰੋ ਤਾਂ ਕਿ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਵੀ ਵਧੀਆ ਬਣਾ ਸਕੀਏ। ਇਸੇ ਹੀ ਤਰ੍ਹਾਂ ਕਿਉਂਕਿ ਹੁਣ ਇਲੈਕਸ਼ਨ ਦਾ ਮਾਹੌਲ ਹੈ, ਸੋ ਪੋਲੀਟੀਸ਼ੀਅਨ ਨਾਲ, ਤੁਹਾਡੀ ਕੈਂਡੀਡੇਟਸ ਨਾਲ ਇਸੇ ਤਰ੍ਹਾਂ ਹੀ ਗੱਲਬਾਤ ਕਰਾਵਾਂਗੇ। ਧੰਨਵਾਦ, ਰੱਬ ਰਾਖਾ। ਹੈਵ ਅ ਵੰਡਰਫੁਲ, ਹੈਪੀ, ਹੈਲਥੀ ਵੀਕਐਂਡ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਨੂੰ। ਸ਼੍ਰੀ ਅਕਾਲ।